ਵਾਹਿਗੁਰੂ 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 ਨਾਮ ਜਹਾਜ ਹੈ ਚੜੇ ਸਬੁਤਰੇ ਪਾਰ ਜੋ ਸ਼ਰਧਾ ਕਰ ਸੀਮਦੇ ਗੁਰੂ ਪਰਮ ਤਾਰਨ ਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸਬੁਤਰੇ ਪਾਰ ਜੋ ਸ਼ਰਧਾ ਕਰ ਸੀਮਦੇ ਗੁਰੂ ਪਰਮ ਤਾਰਨ ਹਾਰ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਹੈ ਗਰੀਬ ਨਵਾਜ਼ ਸੱਚੀ ਪਾਤਸ਼ਾਹ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਸੋਚੈ ਸੋਚ ਨਾ ਹੋਵੀ ਜੇ ਸੋਚੀ ਲਖ ਵਾਰ ਚੁਪੈ ਚੁਪ ਨਾ ਹੋਵੀ ਜੇ ਲਾਏ ਰਹਾਲ ਅਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਸਹਿ ਸਿਆਣਪਾਂ ਲੱਖ ਹੋਇ ਤਾਂ ਇੱਕ ਨਾ ਚੱਲੇ ਨਾਲ ਕਿ ਵਿਚਾਰਾ ਹੋਈਐ ਕਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗਿਕ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ
ਨਾਨਕ ਨਾ ਮਿਲੇ ਤਾਂ ਜੀਵਾ, ਤਨ ਮਨ ਤੀਵੇ ਹਰਿਆ। ਗੁਰ ਸਤ ਗੁਰ ਕਾ ਜੋ ਸਿੱਖ ਅਕਾਏ, ਸੋ ਪਲ ਕੇ ਉਠ ਹਰਿ ਨਾਮ ਤੇ ਆਵੈ। ਉਦਮ ਕਰੇ ਭਲ ਕੇ ਪਰਵਾਤੀ, ਇਸਨਾਨ ਕਰੇ ਅੰਮ੍ਰਿਤ ਸਰ ਨਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਸਭ ਕਿਲ ਵਿਖ ਪਾਪ ਦੋਖ ਲੈ ਜਾਵੈ। ਫਿਰ ਚੜੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰਿ ਨਾਮ ਤੇ ਆਵੈ। ਜੋ ਸਾਸ ਗਰਾਸ ਤੇ ਆਏ ਹਰ ਹਾਰਾ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਜਿਸਨੂੰ ਦਿਆਲ ਹੋਵੇ ਮੇਰਾ ਸਮਾਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ। ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਦੱਦੇ ਦੋਚ ਨਾ ਦੇਊ ਕਿਸੈ, ਦੋਸ਼ੀ ਕਰਮਾ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ। ਜਿਨੀ ਨਾਮ ਤੇ ਆਇਆ, ਗਏ ਮਸ਼ਕਤ ਕਾਲ। ਨਾਨਕ ਤੇ ਮੁਖੀ ਉਜਲੇ, ਕੀਤੀ ਛੁੱਟੀ ਨਾਲ। ਜਿਨੀ ਨਾਮ ਤੇ ਆਇਆ, ਗਏ ਮਸ਼ਕਤ ਕਾਲ। ਨਾਨਕ ਤੇ ਮੁਖੀ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ। ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ। ਧੁਰ ਕੀ ਬਾਣੀ ਆਈ ਤਿਨ ਸਗਲੀ, ਚਿੰਤ ਮਿਟਾਈ। ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦੀ ਲਗਾਤਾਰ ਗੁਰੂ ਸ਼ਬਦ ਵਿਚਾਰ ਚੱਲਦੀ ਆ ਰਹੀ ਹੈ। ਆਓ ਗੁਰਮੁਖ ਪਿਆਰੋ, ਗੁਰੂ ਸਵਾਰਿਓ, ਸਤਿਗੁਰੂ ਸੱਚੇ ਪਾਤਸ਼ਾਹ ਸਾਡੇ 'ਤੇ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਕਿਰਪਾ ਕਰਨ। ਅਸੀਂ ਗੁਰੂ ਦੇ ਸ਼ਬਦ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕਰੀਏ। ਵਿਚਾਰ ਕਰਕੇ ਗੁਰੂ ਦਾ ਸ਼ਬਦ ਆਪਣੇ ਹਿਰਦਿਆਂ 'ਚ ਵਸਾਈਏ, ਗੁਰੂ ਵਾਲੇ ਬਣ ਜਾਈਏ। ਗੁਰੂ ਦੀ ਮੱਤ ਦੇ ਅਨੁਸਾਰ ਸਤਿਗੁਰੂ ਸੱਚੇ ਪਾਤਸ਼ਾਹ ਇਸ ਰਹਿੰਦੀ ਦੁਨੀਆ 'ਤੇ ਸਾਡੇ ਤੋਂ ਇਸ ਤਰ੍ਹਾਂ ਦੇ ਕਾਰੋਬਾਰ, ਕਾਰ ਵਿਹਾਰ, ਕਰਮ ਕਰਵਾਉਣ ਜੋ ਕਿ ਪਰਮਾਤਮਾ ਨੂੰ ਚੰਗੇ ਲੱਗਣ, ਤਾਂ ਕਿ ਸਾਡਾ ਮਿੱਟੀ ਦਾ ਪੁਤਲਾ ਪਾਪੀ ਹਿਰਦਾ ਗੁਰੂ ਚਰਨਾਂ ਜੁੜ ਕੇ ਸੰਸਾਰ 'ਤੇ ਆਇਆ ਸਫਲ ਹੋ ਜਾਵੇ। ਆਓ ਗੁਰਮੁਖ ਪਿਆਰੋ, ਗੁਰੂ ਸਵਾਰਿਓ, ਸਤਿਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਕਿਰਪਾ ਸਦਕਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦੀ ਲਗਾਤਾਰ ਆਸਾ ਦੀ ਵਾਰ ਦੀ ਗੁਰਬਾਣੀ ਦੀ ਵਿਚਾਰ ਚੱਲ ਰਹੀ ਹੈ। ਵੈਸੇ ਤਾਂ ਜਿਆਦੀ ਗੁਰਬਾਣੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਹੈ ਆਸਾ ਦੀ ਵਾਰ ਦੇ ਵਿੱਚ। ਪਰ ਆਪਾਂ ਕੱਲ੍ਹ ਅਤੇ ਪਰਸੋਂ ਇੱਕ ਸਲੋਕ ਪੜ੍ਹਿਆ ਸੀ, ਅਤੇ ਕੱਲ੍ਹ ਦੂਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਇੱਕ ਸਲੋਕ ਸੀ। ਇੱਕ ਸਲੋਕ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪੜ੍ਹਿਆ ਸੀ, ਜਿਸ ਦੀ ਵਿਚਾਰ ਕੀਤੀ। ਅਤੇ ਅੱਜ ਗੁਰਮੁਖ ਪਿਆਰੂ ਪੌੜੀ ਹੈ। ਵੈਸੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਲਿਖਿਆ ਹੈ, ਜੋ ਗੁਰਬਾਣੀ ਦੇ ਮੁਤਾਬਕ ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਜੀ ਨੇ ਤਰਤੀਬ ਦਿੱਤੀ ਹੈ। ਸ਼ਾਇਦ ਹੋ ਸਕਦਾ ਹੈ ਇਹਨਾਂ ਪੌੜੀਆਂ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਗਾਇਨ ਕੀਤੀਆਂ ਹੋਈਆਂ ਪੌੜੀਆਂ ਜ਼ਿਆਦੀਆਂ ਹੋਣ, ਲੇਕਿਨ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਗੁਰਬਾਣੀ ਉਚਾਰਨ ਕਰਕੇ ਪੌੜੀਆਂ ਵਿੱਚ ਲਾਈਆਂ ਹੋਣ। ਇਸ ਕਰਕੇ ਆਪਾਂ ਗੁਰੂ ਪਰਮਾਤਮਾ ਪਰਮੇਸ਼ਰ ਦੀ ਕਿਰਪਾ ਸਦਕਾ ਗੁਰਬਾਣੀ ਦੀ ਵਿਚਾਰ ਪੌੜੀ ਦੇ ਮੁਤਾਬਕ ਅੱਜ ਪੌੜੀ ਦੀ ਵਿਚਾਰ ਹੋਣੀ ਹੈ। ਗੁਰੂ ਪਰਮਾਤਮਾ ਪਰਮੇਸ਼ਰ ਦੀ ਕਿਰਪਾ ਸਦਕਾ ਸਾਨੂੰ ਗੁਰੂ ਸਾਹਿਬਾਨ ਇਸ ਪੌੜੀ ਦੇ ਵਿੱਚ ਕੀ ਸਮਝਾਉਣਾ ਕਰਦੇ ਨੇ। ਆਓ ਗੁਰਮੁਖ ਪਿਆਰੋ, ਗੁਰੂ ਸ਼ਬਦ ਵਿਚਾਰ ਤੋਂ ਪਹਿਲਾਂ ਆਪਾਂ ਗੁਰਬਾਣੀ ਪਾਠ ਪੜ੍ਹ ਲਈਏ, ਤਾਂ ਕਿ ਗੁਰੂ ਦੇ ਸ਼ਬਦ ਦੀ ਸਾਨੂੰ ਚੰਗੀ ਤਰ੍ਹਾਂ ਸਮਝ ਲੱਗ ਜਾਵੇ, ਸਾਡੀ ਸਮਝ ਵਿੱਚ ਪੈ ਜਾਵੇ ਗੁਰੂ ਦਾ ਸ਼ਬਦ। ਆਓ ਗੁਰਮੁਖ ਪਿਆਰੋ, ਗੁਰਬਾਣੀ, ਗੁਰੂ ਸ਼ਬਦ, ਗੁਰਬਾਣੀ ਨਾਲ ਜੁੜੀਏ। ਸਤਨਾਮ
श्री वाहिगुरु साहिब जी। पौड़ी पढ़िया होवै गुणगार, तां ओमी साधना मारिया। जेहा काले कालना, तेवे हो नाओ पचारिया। पढ़िया होवे गुनहगार, तां ओमी साधना मारिया। जेहा काले कालना, तेव हो नाओ पचारिया। ऐसी कला न किडिया, जित दीर्घ गया हारिया। पढ़िया अते ओमिया, विचार अगे विचारिया। मोह चले सो अगे मारिया। पढ़िया अते ओमिया, विचार अगे विचारिया। मोह चले सो अगे मारिया। ओ वाहिगुरु धन 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 साहिब श्री गुरु ग्रंथ साहिब महाराज जी की अमृतमय बाणी, जो कि साढ़े गुरु साहिबाना के मुखारबिंद विच उच्चारण की गई। आपां गुरबाणी पाठ पढ़िया है और सरवण किया है। आओ गुरमुख प्यारो, धन धन साहिब श्री गुरु नानक देव महाराज सच्चे पातशाह साढ़े कलयुगी जीवां ते की कृपा कर रहे हैं, सानू उस परमात्मा की प्रथाएं की समझाउणा करते हैं। आओ गुरमुख प्यारो, गुरु शब्द विचार नाल जुड़ीए ते परमात्मा दे नाल परमात्मा दीयां गल्लां करिए कि परमात्मा साडे ते की कृपा करदा है। गुरु परमात्मा परमेश्वर की गुरबाणी सानू कलयुगी जीवां नूं की समझाउणा करदी है। ये गुरु परमात्मा परमेश्वर अगे अरदास बेनती प्रार्थना करिया करिए कि सच्चे पातशाह साडे पापी हिरदियां च वस जावे, साडा जीवन गुरबाणी दे नाल जुड़ जावे। आओ गुरमुख प्यारो, अज दे शब्द विच गुरु साहब जी ने सानू पौड़ी विच की समझाउणा कीता है। गुरु शब्द विचार नाल जुड़ीए। धन धन साहिब श्री गुरु नानक देव महाराज जी सानू समझाउणा करते ने अज दे शब्द विच, पढ़िया होवे गुनाहगार, तां ओमी साधना मारीए। पढ़िया आपां सारियां नूं पता है भी पढ़िया कौन हुंदा है। प्रोफैसर साहिब सिंह जी ने कहा भी पढ़िया होया जिहड़ा समाजिक तौर पर पढ़िया होया मनुख है। गुनहगार मंदे कर्म करन वाला, दुनियावी पढ़ाई भी पढ़ गया पर मंदे कर्म भी करता है। गुस्ताखी माफ़ करना, कई बंदियां नूं बड़ा गुस्सा लगता है जिहड़े पढ़े लिखे ने उन्हां नूं, खास करके जिन्ने काम खराब हो रहे हैं संसार दे उत्ते, ये ज़्यादातर पढ़े लिखे करते हैं, अनपढ़िया नहीं करता। अनपढ़िया अपनी किरत वाल, अपने इष्ट वाल, अपने परमात्मा वाल ध्यान रखता है भी मैं अनपढ़ है, मैं किते दुनिया नों पिछे ना रह जावां। वो किरत वाल क्या रखता है। ये नहीं भी अनपढ़ गलत काम नहीं करते, करते अनपढ़ भी ने, पर ज़्यादातर जिन्ने भी क्रैमल केस हो रहे हैं, जिन्नियां वारदातां हो रही ने, जिन्ने पढ़े लिखे आपां रोज़ देखते हैं, जिन्ने करप्शन के केस हो रहे हैं, वड्डे वड्डे पढ़े लिखे लोग, वड्डियां वड्डियां कुर्सियां ते बैठे लोग वो करते हैं। तो गुरु साहब जी कहते जे ये सानू समझाउणा कीता कि बंदिया पढ़ना माड़ी गल नहीं, भी पढ़ना, गुरु साहब जी ने कहा भी पढ़ना माड़ी गल नहीं है, पर पढ़ के जे असी गुणगार मंदे कर्म करते हैं तो गुरु साहब जी कहते सानू समझाउणा कीता है बहुत सोहणे तरीके दे नाल। गुरु साहब जी कहते पढ़िया होवे गुणगार तां ओमी साध ना मारीए। हुण गुरु साहब जी ने यह समझाउणा कीता है ओमी निरा शब्द, ओम नूं ही जानण वाला, भाव पढ़िया होया
ਵੀ ਗਲਿਆ ਨਾ ਬਣ ਜਾਵੇ, ਪੜ੍ਹਿਆ ਹੋਇਆ। ਜਿਵੇਂ ਗੁਸਤਾਖੀ ਮਾਫ਼ ਕਰਨਾ, ਅੱਜ ਸਮਾਜ ਦੇ ਵਿੱਚ ਆਪਾਂ ਦੇਖਦੇ ਨਾ ਵੀ ਦੁਨੀਆ ਉਹਦੀ ਵਾਹ ਥੋੜ੍ਹੇ ਜਿਹੇ ਚੰਗੇ ਕੰਮ ਕਰ ਦੇਗਾ, ਬਾਣੀ ਪੜ੍ਹੇਗਾ, ਬੜਾ ਕੁਛ ਕਰੇਗਾ। ਇਹ ਸਾਡੇ ਵਰਗ ਦੀ ਗੱਲ ਹੈ ਜਿਹੜੇ ਧਰਮ ਦੇ ਠੇਕੇਦਾਰ ਬਣ ਕੇ ਬਹਿੰਦੇ ਨੇ ਕਿ ਬਾਬਾ ਬੜਾ ਸੋਹਣਾ ਵੀ, ਬਾਬਾ ਬੜਾ ਚੰਗਾ ਵੀ, ਬਾਬੇ ਦੀ ਗੱਡੀ ਨੂੰ ਧੱਕਾ ਵੀ ਲਾਉਂਦੇ ਰਹੇ, ਪਰ ਬਾਬੇ ਦੀ ਜਦੋਂ ਕਰਤੂਤ ਵੇਖੀ ਉਹ ਕੀ ਹੋਈ? ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ। ਆਹ ਕੰਮ ਕਰਦਾ ਰਿਹਾ ਦੁਨੀਆ ਦੀ ਆੜ ਦੇ ਪਿੱਛੇ, ਆਹ ਕੰਮ ਕਰਦਾ ਰਿਹਾ, ਜਿੰਦੇ ਕਾਰਨ ਕਰਕੇ ਆਪਣਾ ਜੀਵਨ ਉਹਨੇ ਤਾਂ ਨਸ਼ਟ ਕਰਨਾ ਹੀ ਕਰਨਾ ਸੀ। ਜਿੰਨੀਆਂ ਦੀਆਂ ਭਾਵਨਾ ਜੁੜੀਆਂ ਸੀ ਉਹ ਵੀ ਨਸ਼ਟ ਹੋ ਗਈਆਂ। ਹੁਣ ਪੜ੍ਹਿਆ, ਬਾਹਰ ਸਕੂਲ ਦੇ ਬੰਨੇ ਲਿਖਿਆ ਹੁੰਦਾ, ਉੱਪਰ ਦੀਵਾਰ 'ਤੇ ਲਿਖਿਆ ਹੁੰਦਾ ਗੇਟ 'ਤੇ ਵੀ ਪੜ੍ਹਨ ਲਈ ਆਓ ਅਤੇ ਸੇਵਾ ਲਈ ਜਾਓ, ਵੀ ਸਿੱਖਣ ਲਈ ਆਓ ਅਤੇ ਸੇਵਾ ਲਈ ਜਾਓ, ਵੀ ਪੜ੍ਹ ਲਿਖ ਕੇ ਦੁਨੀਆ ਦੀ ਸੇਵਾ ਕਰੋ। ਪਰ ਅਸੀਂ ਸੈਂਟੈਂਸ ਬਦਲ ਦਿੱਤਾ ਹੈ, ਸਿੱਖਣ ਲਈ ਆਓ, ਸੇਵਾ ਲਈ ਨਹੀਂ, ਲੁੱਟਣ ਲਈ ਜਾਓ। ਵੀ ਹੁਣ ਵੱਡੇ ਵੱਡੇ ਕੁਰਸੀਆਂ 'ਤੇ ਬੈਠੇ ਨੇ, ਜਦੋਂ ਕੋਈ ਵਿਚਾਰਾ ਗਰੀਬ ਫਾਈਲ ਲੈ ਕੇ ਜਾਂਦਾ ਹੈ, ਗਰੀਬ ਵਿਚਾਰਾ ਕੋਈ ਫਾਈਲ ਲੈ ਕੇ ਜਾਂਦਾ ਵੀ ਚੱਲ ਮੈਂ ਕੰਮ ਕਰਵਾ ਕੇ, ਉਹਦੀ ਫਾਈਲ ਉੱਥੇ ਦੱਬ ਦਿੰਦੇ ਨੇ। ਕਚਰੇ ਵਾਲੀ ਡੋਲੀ 'ਚੋਂ ਵੀ ਸ਼ਾਇਦ ਫਾਈਲ ਰੋਜ਼ਾਨਾ ਪਾਸੇ ਆਸੇ ਹੁੰਦੀ ਹੋਵੇ, ਉੱਥੇ ਫਾਈਲ ਦੱਬ ਦਿੰਦੇ ਨੇ ਜਿੱਥੋਂ ਦੁਬਾਰਾ ਨਿਕਲਦੀ ਨਹੀਂ। ਉਹਨੂੰ ਕਹਿੰਦੇ ਨੇ ਵੀ ਹਫ਼ਤੇ ਬਾਅਦ ਆਈ, ਵੀ ਹਫ਼ਤੇ ਬਾਅਦ ਵੀ ਆਪਣਾ ਮਨ ਵਿਚਾਰ ਕਰਕੇ ਆਈ, ਵੀ ਕੋਈ ਨਾ ਕੋਈ ਪੈਸੇ ਲੈ ਕੇ ਆਈ, ਸਾਡਾ ਕੁੱਤੇ ਵਾਲਾ ਮੂੰਹ ਲੱਗਾ ਹੈ, ਇਹਦੇ ਵਿੱਚ ਕੁਛ ਨਾ ਕੁਛ ਪਾ ਦੀ। ਉਹ ਵਿਚਾਰਾ ਹਫ਼ਤੇ ਬਾਅਦ ਜਾਂਦਾ ਹੈ, ਉਹ ਕਹਿੰਦੇ ਤੇਰੀ ਫਾਈਲ ਤਾਂ ਲੱਭ ਹੀ ਨਹੀਂ ਰਹੀ, ਤੇਰੀ ਫਾਈਲ ਤਾਂ ਪਤਾ ਨਹੀਂ ਕਿੱਥੇ ਹੈ। ਉਹ ਵਿਚਾਰਾ ਪੁੱਛਦਾ ਵੀ ਲੱਭੋ ਵੀ ਮੇਰੀ ਫਾਈਲ, ਕਹਿੰਦੇ ਤੂੰ ਫਿਰ 15 ਦਿਨਾਂ ਨੂੰ ਆ ਜੀ। ਹੁਣ ਲਿਖਿਆ ਪੜ੍ਹਿਆ ਲਿਖਿਆ ਬੰਦਾ ਵੀ ਹੁਣ ਉਹ ਵਿਚਾਰਾ ਸ਼ਾਇਦ ਸਾਰੀ ਦਿਹਾੜੀ ਛੱਡ ਕੇ ਆਇਆ ਹੋਵੇ, ਉਹ ਕਿਰਤ ਕਰਦਾ ਹੋਵੇ, ਆਪਣਾ ਕੰਮ ਕਰਦਾ ਹੋਵੇ, ਸਾਰਾ ਆਪਣਾ ਕੰਮ ਕਰਦਾ ਹੋਵੇ ਬੜੇ ਸੋਹਣੇ ਤਰੀਕੇ ਦੇ ਨਾਲ, ਉਹ ਆਪਣੇ ਸੋਹਣੀ ਮਿਹਨਤ ਕਰਕੇ ਆਪਣੇ ਪਰਿਵਾਰ ਨੂੰ ਪਾਲਦਾ ਹੋਵੇ। ਉਹ ਜਿਹੜਾ ਸਮਾਂ ਕੱਢ ਕੇ ਆਇਆ ਤੇਰੇ ਕੋਲ ਕਿਸੇ ਸਰਕਾਰੀ ਕੰਮ ਵਾਸਤੇ, ਜਾਂ ਚਲੋ ਪ੍ਰਾਈਵੇਟ ਵੀ ਕੰਮ ਹੋ ਸਕਦਾ, ਪ੍ਰਾਈਵੇਟ ਕਿਹੜਾ ਰਿਸ਼ਵਤ ਨਹੀਂ ਲੈਂਦੇ, ਪੜ੍ਹੇ ਲਿਖੇ ਪ੍ਰਾਈਵੇਟ ਜ਼ਿਆਦਾ ਹੀ ਸੌ ਰਿਸ਼ਵਤ ਲੈਂਦੇ ਨੇ। ਅਤੇ ਗੁਰਮੁਖ ਪਿਆਰਿਓ, ਉਹਨੂੰ ਦੇਖਣਾ ਚਾਹੀਦਾ ਵੀ ਇਹ ਵਿਚਾਰਾ ਮੇਰੇ ਕੋਲ ਪਤਾ ਨਹੀਂ ਕਾਹਦੇ ਵਾਸਤੇ ਆਇਆ, ਇਹਦਾ ਫਸਟਲੀ ਕੰਮ ਕਰਾਂ, ਪਰ ਕੰਮ ਉਹਨੇ ਉਹਦਾ ਕਰਨਾ ਜਿਹੜੇ ਬੰਦਿਆਂ ਨੇ ਉੱਤੋਂ ਸਿਫਾਰਸ਼ਾਂ ਆਉਣੀਆਂ ਨੇ ਵੱਡੇ ਵੱਡਿਆਂ ਦਾ, ਉਹਨਾਂ ਦਾ ਇੱਕ ਸਕਿੰਟ, ਉਹਨਾਂ ਦੀ ਤਾਂ ਫਾਈਲ ਵੀ ਦਫ਼ਤਰ ਨਹੀਂ ਆਉਂਦੀ, ਆਪ ਹੀ ਘਰੇ ਸਾਈਨ ਕਰ ਆਉਂਦੇ ਨੇ। ਗੁਰੂ ਪਰਮਾਤਮਾ ਪਰਮੇਸ਼ਰ ਦੀ ਸਾਨੂੰ ਬਾਣੀ ਕਹਿ ਰਹੀ ਹੈ, ਜੇ ਤੂੰ ਪੜ੍ਹ ਗਿਆ ਨਾ, ਪੜ੍ਹ ਗਿਆ, ਪੜ੍ਹ ਕੇ ਕਿਸੇ ਅਹੁਦੇ 'ਤੇ ਬੈਠ ਗਿਆ, ਭਾਵੇਂ ਤੂੰ ਰਾਜਾ ਵੀ ਕਿਉਂ ਨਹੀਂ ਬਣ ਗਿਆ, ਪਰ ਆ ਤੇਰੀ ਕਲਮ ਜਿਹੜੀ ਹੈ ਨਾ, ਇਹ ਹਰ ਵਾਸਤੇ ਬੜੀ ਵਧੀਆ ਚੱਲੇ, ਇਹ ਨਾ ਹੋਵੇ। ਗੁਰੂ ਸਾਹਿਬ ਜੀ ਨੇ ਇਹ ਸਾਨੂੰ ਸਮਝਾਉਣਾ ਕੀਤਾ ਹੈ, ਓਮੀ ਸਾਧ ਨਾ ਮਾਰੀਏ। ਗੁਰੂ ਸਾਹਿਬ ਜੀ ਨੇ ਇਹ ਸਮਝਾਉਣਾ ਕੀਤਾ ਸਾਨੂੰ ਕਿ ਭਾਈ ਸਾਧ ਦਾ ਮਤਲਬ ਹੈ ਭਲੇ ਪੁਰਸ਼ ਨੂੰ, ਸਾਧ ਦਾ ਮਤਲਬ ਹੈ ਜਿਹੜਾ ਭਲਾ ਪੁਰਸ਼ ਹੈ। ਅਤੇ ਗੁਰੂ ਸਾਹਿਬ ਜੀ ਨੇ ਇਹ ਸਮਝਾਉਣਾ ਕੀਤਾ, ਜੇ ਪੜ੍ਹਿਆ ਲਿਖਿਆ ਮਨੁੱਖ ਮੰਦੇ ਕਰਮੀ ਹੋ ਜਾਏ ਤਾਂ ਵੀ ਇਸ ਨੂੰ ਭੇਖ ਵੇਖ ਕੇ ਅਨਪੜ੍ਹ ਮਨੁੱਖ ਵੀ ਰਵਾਉਣਾ ਨਹੀਂ ਚਾਹੀਦਾ, ਵੀ ਉਹਨੂੰ ਆਪਣੇ ਦਿਲ ਵਿੱਚ ਲਾਉਣਾ ਨਹੀਂ ਚਾਹੀਦਾ ਵੀ ਇਹ ਵੇਖੋ ਪੜ੍ਹਿਆ ਲਿਖਿਆ ਸੀ, ਇਹ ਤਾਂ ਬੜੇ ਮਾੜੇ ਕਰਮ ਕਰਨ ਲੱਗ ਪਿਆ। ਅਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਆਪਣੇ ਜਿਹੜਾ ਅੰਦਰ ਦਾ, ਗੁਰੂ ਸਾਹਿਬ ਜੀ ਨੇ ਕਿਹਾ ਵੀ ਓਮੀ ਸਾਧਨਾ ਮਾਰੀਏ ਦਾ ਮਤਲਬ ਹੈ ਵੀ ਭਲੇ ਕਰਮਾਂ ਨੂੰ ਕਿਤੇ ਭੁਲਾ ਨਾ ਦਈਏ, ਭਲੇ ਕਰਮਾਂ ਨੂੰ ਕਿਤੇ ਭੁਲਾ ਨਾ ਦਈਏ ਵੀ ਅਸੀਂ ਅਨਪੜ੍ਹ ਹੈ, ਇਹ ਤਾਂ ਪੜ੍ਹੇ ਲਿਖੇ ਦਾ ਨਹੀਂ ਕੰਮ ਕਾਮਯਾਬ ਹੋਇਆ ਅਤੇ ਮੇਰਾ ਕਿੱਥੇ ਹੋ ਜਾਏਗਾ। ਅੱਜ ਵੈਸੇ ਸਮਾਜ ਦੇ ਵਿੱਚ ਪੜ੍ਹਿਆਂ ਲਿਖਿਆਂ ਨਾਲੋਂ ਅਨਪੜ੍ਹ ਉੱਪਰ ਹੈ, ਪੜ੍ਹਿਆਂ ਲਿਖਿਆਂ ਨਾਲੋਂ ਅਨਪੜ੍ਹ ਉੱਪਰੋਂ ਬੜੀ ਵਿਚਾਰ ਕਰਦੇ ਨੇ, ਸੋਚਦੇ ਨੇ, ਸਮਝਦੇ ਨੇ, ਹੱਥੀਂ ਉਹਨਾਂ ਨੇ ਕੰਮ ਕੀਤੇ ਨੇ, ਉਹਨਾਂ ਨੂੰ ਪਤਾ ਵੀ ਆਹ ਕੰਮ ਮਾੜਾ ਹੈ, ਆਹ ਚੰਗਾ ਹੈ, ਇਹ ਘਾਟੇਵੰਦ ਹੈ, ਇਹ ਸੋਹਣਾ ਹੈ, ਇਹ ਸਾਰਾ ਕੁਛ ਉਹਨਾਂ ਨੂੰ ਪਤਾ ਹੈ। ਵੈਸੇ ਅਨਪੜ੍ਹ ਅੱਜ ਕਾਮਯਾਬ ਹੈ ਪੜ੍ਹੇ ਲਿਖੇ ਨਾਲੋਂ। ਪੜ੍ਹੇ ਲਿਖੇ ਨੇ ਆਪਣੀ ਪੜ੍ਹਾਈ ਦੀ ਆਕੜ ਵਿੱਚ ਤੁਰੇ ਫਿਰਨਾ ਹੈ, ਕੋਈ ਹੱਥੀਂ ਕੰਮ ਕਰਨਾ ਨਹੀਂ, ਕੋਈ ਸਿਸਟਮ ਆਪਣਾ ਅਪਣਾਉਣਾ ਨਹੀਂ, ਵੀ ਜਿਹਦੇ ਕਾਰਨ ਕਰਕੇ ਮੇਰਾ ਘਰ ਦਾ ਸਿਸਟਮ ਸਹੀ ਹੋ ਜੇ।
ਤੇ ਜਿਹੜਾ ਅਨਪੜ੍ਹ ਹੈ ਉਹਨੂੰ ਪਤਾ ਵੀ ਮੈਂ ਆਪਣੇ ਪਰਿਵਾਰ ਨੂੰ ਪਾਲਣਾ ਹੈ, ਉਹਨੂੰ ਜਿਸ ਤਰ੍ਹਾਂ ਦਾ ਕੰਮ ਮਿਲ ਗਿਆ ਉਹਨੇ ਉਸ ਤਰ੍ਹਾਂ ਦਾ ਕੰਮ ਕਰ ਲੈਣਾ, ਉਸ ਕੰਮ ਦੇ ਵਿੱਚ ਖਿਆਲ ਰੱਖਣਾ ਹੈ। ਹੁਣ ਗੁਰੂ ਸਾਹਿਬ ਜੀ ਨੇ ਇਹ ਸਮਝਾਉਣਾ ਕੀਤਾ ਕਿ ਭਾਈ ਕਿਤੇ ਇਹ ਨਾ ਘਬਰਾ ਜਾਣਾ ਕਿ ਆ ਪੜ੍ਹਿਆ ਲਿਖਿਆ ਕਾਮਯਾਬ ਨਹੀਂ ਹੋਇਆ, ਮੈਂ ਕਿੱਥੇ ਕਾਮਯਾਬ ਹੋ ਜਾਵਾਂਗਾ। ਇਸੇ ਕਰਕੇ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਲਿਖਿਆ ਵੀ ਪ੍ਰਮਾਤਮਾ ਨੂੰ ਕੱਲਾ ਪੜ੍ਹਿਆ ਲਿਖਿਆ ਨਹੀਂ ਧਿਆ ਸਕਦਾ, ਵੀ ਅਨਪੜ੍ਹ ਵੀ ਜੋ ਪ੍ਰਾਣੀ ਗੋਬਿੰਦ ਧਿਆਏ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਏ, ਜੋ ਪ੍ਰਾਣੀ ਗੋਬਿੰਦ ਧਿਆਏ। ਵੀ ਹੁਣ ਉਹਦੇ 'ਚ ਇਹ ਨਹੀਂ ਹੈਗਾ ਵੀ ਉਹ ਬੰਦਾ ਪੜ੍ਹਿਆ ਕਿਸੇ ਕਾਰਨ ਕਰਕੇ ਪੜ੍ਹਾਈ ਤੋਂ ਰਹਿ ਗਿਆ, ਕਿਸੇ ਕਾਰਨ ਕਰਕੇ ਪੜ੍ਹਾਈ ਤੋਂ ਆਰਥਿਕ ਸਥਿਤੀ ਕਮਜ਼ੋਰ ਹੋ ਸਕਦੀ ਹੈ, ਘਰ ਦੀਆਂ ਅਵਸਥਾ ਇਸ ਤਰ੍ਹਾਂ ਦੀਆਂ ਹੋ ਸਕਦੀਆਂ, ਪਰ ਗੁਰੂ ਸਾਹਿਬ ਜੀ ਕਹਿੰਦੇ ਕਿ ਭਾਈ ਇਹ ਤੁਸੀਂ ਨਹੀਂ ਮਨ ਦੇ ਵਿੱਚੋਂ ਆਪਣੇ ਦੇ ਵਿੱਚੋਂ ਟਿਕਾ ਲੈਣਾ ਕਿ ਜੇ ਪੜ੍ਹਿਆ ਲਿਖਿਆ ਬੰਦਾ ਕਾਮਯਾਬ ਨਹੀਂ ਹੋ ਸਕਦਾ ਤੇ ਅਨਪੜ੍ਹਿਆ ਕਿਵੇਂ ਹੋ ਸਕਦਾ। ਇਹ ਗੁਰੂ ਪ੍ਰਮਾਤਮਾ ਪਰਮੇਸ਼ਰ ਦੀ ਬਾਣੀ ਨੇ ਸਾਨੂੰ ਸਮਝਾਉਣਾ ਕੀਤਾ ਹੈ, ਸਾਡੇ ਤੇ ਕਿਰਪਾ ਕੀਤੀ ਹੈ। ਗੁਰੂ ਸਾਹਿਬ ਜੀ ਕਹਿੰਦੇ ਜੇ ਪੜ੍ਹਿਆ ਲਿਖਿਆ ਮਨੁੱਖ ਮੰਦੇ ਕਰਮੀ ਹੋ ਜਾਵੇ, ਵੀ ਮੰਦੇ ਕਰਮ ਕਰਨ ਲੱਗ ਪਏ, ਆਪਾਂ ਨੂੰ ਪਤਾ ਹੀ ਹੈ ਵੀ ਕਿਸ ਤਰ੍ਹਾਂ ਦੇ ਕੰਮ ਕਰਦੇ ਨੇ, ਤਾਂ ਇਸ ਨੂੰ ਵੇਖ ਕੇ ਅਨਪੜ੍ਹ ਮਨੁੱਖ ਨੂੰ ਘਬਰਾਉਣਾ ਨਹੀਂ ਚਾਹੀਦਾ। ਪੜ੍ਹੇ ਹੋਏ ਦਾ ਇਹ ਹਾਲ ਤਾਂ ਅਨਪੜ੍ਹ ਦਾ ਕੀ ਬਣੇਗਾ। ਉਮੀ ਸਾਧਨਾ ਮਾਰੀਏ ਦਾ ਮਤਲਬ ਇਹ ਹੈ ਕਿ ਭਾਈ ਆਪਣੇ ਆਪ ਨੂੰ ਜਾਣਨ ਵਾਲਾ, ਵੀ ਇਹ ਨਾ ਘਬਰਾ ਜਾਣਾ ਵੀ ਉਹ ਤੇ ਬੜਾ ਕੁਝ ਜਾਣਦਾ ਹੈ, ਉਹਨੂੰ ਤੇ ਗਿਆਨ ਬਹੁਤ ਹੈ, ਮੈਂ ਪ੍ਰਮਾਤਮਾ ਨੂੰ ਕਿਵੇਂ ਮਿਲਾਂਗਾ। ਗੁਰੂ ਸਾਹਿਬ ਜੀ ਨੇ ਇਹ ਸਮਝਾਉਣਾ ਕੀਤਾ, ਪੜ੍ਹਿਆ ਤੇ ਅਨਪੜ੍ਹੇ ਨੂੰ ਬਰਾਬਰ ਕੀਤਾ ਹੈ। ਜਿਵੇਂ ਸੰਸਾਰਕ ਦੁਨੀਆ ਦੇ ਉੱਤੇ ਆਪਾਂ ਵਰਗ ਬਣਾਉਣੇ ਨਾ, ਵੀ ਆਹ ਕਮਜ਼ੋਰ ਵਰਗ ਹੈ, ਅਸੀਂ ਉੱਚਾ ਵਰਗ ਹੈ, ਇਹ ਤੋਂ ਬੱਚਾ। ਇਹ ਪ੍ਰਮਾਤਮਾ ਨੇ ਕਿਹਾ ਵੀ ਸਭ ਇੱਕੋ ਹੀ ਹੈ, ਏਕ ਪਿਤਾ ਏਕ ਇਸਕੇ ਹਮ ਬਾਰਕ, ਭਾਵੇਂ ਕੋਈ ਪੜ੍ਹਿਆ ਤੇ ਭਾਵੇਂ ਕੋਈ ਅਨਪੜ੍ਹ ਹੈ। ਚਲੋ ਅੱਜ ਪੜ੍ਹੇ ਲਿਖੇ ਦੀ ਕੀਮਤ ਪੈਂਦੀ ਹੈ, ਪੜ੍ਹੇ ਲਿਖੇ ਨੂੰ ਲੋਕੀ ਸਲਾਮ ਕਰਦੇ ਨੇ, ਪੜ੍ਹੇ ਲਿਖੇ ਨੂੰ ਨੌਕਰੀ ਮਿਲਦੀ, ਪੜ੍ਹੇ ਲਿਖੇ ਨੂੰ ਹੀ ਹਰ ਕੰਮ ਤੇ। ਪਰ ਕਈਆਂ ਦੇ ਅਨਪੜ੍ਹਾਂ ਦੇ ਵੀ ਤਜਰਬੇ ਬਹੁਤੇ ਜ਼ਿਆਦਾ ਹੁੰਦੇ ਨੇ, ਅਨਪੜ੍ਹਾਂ ਦੇ ਵੀ ਤਜਰਬੇ ਬਹੁਤੇ ਜ਼ਿਆਦਾ ਹੁੰਦੇ ਨੇ। ਕਈ ਜਗ੍ਹਾ ਤੇ ਦੇਖਣਾ ਚਿੱਟੇ ਅਨਪੜ੍ਹ ਕੰਮ ਕਰਦੇ ਨੇ, ਪੜ੍ਹਿਆਂ ਲਿਖਿਆਂ ਨੂੰ ਜ਼ਿਆਦਾ, ਉਹਨਾਂ ਨੂੰ ਤਨਖਾਹ ਵੀ ਜ਼ਿਆਦਾ ਮਿਲਦੀ ਹੈ, ਉਹਨਾਂ ਦਾ ਸਨਮਾਨ ਵੀ ਜ਼ਿਆਦਾ ਹੁੰਦਾ। ਕਿਉਂ? ਕਿ ਉਹ ਪੜ੍ਹੇ ਲਿਖੇ ਨਾਲੋਂ ਵੀ ਅਨਪੜ੍ਹ ਜ਼ਿਆਦਾ ਕੰਮ ਕਰਦਾ ਹੈ, ਬਹੁਤ ਸੋਹਣੇ ਤਰੀਕੇ ਨਾਲ ਕੰਮ ਕਰਦਾ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਆਪਣੇ ਅੰਦਰੋਂ ਭਲੇ ਗੁਣ ਨਾ ਮਾਰ ਲਿਆ ਜੋ, ਜਿਹੜੇ ਤੁਹਾਡੇ ਅੰਦਰ ਭਲੇ ਗੁਣ ਨੇ, ਪੜ੍ਹੇ ਲਿਖੇ ਨੂੰ ਵੇਖ ਕੇ ਵੀ ਮੈਂ ਕਿਹੜਾ ਪੜ੍ਹਿਆ ਲਿਖਿਆ, ਮੈਨੂੰ ਕਿਹੜਾ ਨੌਕਰੀ ਮਿਲਣੀ, ਮੈਨੂੰ ਕਿਹੜਾ ਕੁਛ ਹੋਣਾ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਕਿਉਂਕਿ ਆਪਣਾ ਸਮਾਜ ਦੇ ਵਿੱਚ ਰਵੱਈਆ ਹੈ ਵੀ ਅਨਪੜ੍ਹ ਨੂੰ ਕਿਹਨੇ ਪੁੱਛਣਾ। ਹੁਣ ਗੁਰਮੁਖ ਪਿਆਰੋ, ਬੰਦੇ ਦੇ ਕੰਮ ਨੂੰ ਸਲਾਮਾਂ ਹੁੰਦੀਆਂ, ਬੰਦੇ ਨੂੰ ਨਹੀਂ ਸਲਾਮਾਂ ਹੁੰਦੀਆਂ, ਬੰਦੇ ਦੇ ਚੰਮ ਨੂੰ ਨਹੀਂ ਕੋਈ ਸਲਾਮਾਂ ਕਰਦਾ। ਅੱਜ ਦੁਨੀਆ ਦੇ ਵਿੱਚ ਆਪਾਂ ਦੇਖਦੇ ਹਾਂ ਜਿਹੋ ਜਿਹਾ ਬੰਦਾ ਕੰਮ ਕਰਦਾ ਉਹੋ ਜਿਹਾ ਉਹਨੂੰ ਲੋਕੀ ਸਤਿਕਾਰ ਦਿੰਦੇ ਨੇ। ਜੇ ਪੜ੍ਹਿਆ ਲਿਖਿਆ ਮਾੜੇ ਕਰਮ ਕਰੇਗਾ ਤੇ ਪੜ੍ਹੇ ਲਿਖੇ ਨੂੰ ਲੋਕੀ ਫਟਕਾਰਨਗੇ, ਜੇ ਅਨਪੜ੍ਹਿਆ ਚੰਗਾ ਕੰਮ ਕਰੇਗਾ ਉਹਨੂੰ ਲੋਕੀ ਸਲਾਹੁੰਦੇ ਨੇ। ਇਹ ਤੇ ਪ੍ਰਮਾਤਮਾ ਦੀ ਅਵਸਥਾ ਹੈ। ਪ੍ਰਮਾਤਮਾ ਨੇ ਸਾਡੇ ਤੇ ਕਿਰਪਾ ਕੀਤੀ ਹੈ, ਸਾਨੂੰ ਸਮਝਾਉਣਾ ਕੀਤਾ ਹੈ ਕਿ ਬੰਦਿਆ ਤੂੰ ਕਿਤੇ ਪੜ੍ਹੇ ਲਿਖੇ ਨੂੰ ਵੇਖ ਕੇ ਵੀ ਉਹ ਪੜ੍ਹਿਆ ਲਿਖਿਆ ਮੰਦੇ ਕਰਮ ਕਰਦਾ ਤੇ ਮੈਂ ਵੀ ਉਹੀ ਕਰਾਂ। ਜ਼ਿਆਦਾਤਰ ਆਪਾਂ ਕੀ ਕਰਦੇ ਇੱਥੇ ਦੁਨੀਆ ਦੇ ਉੱਤੇ, ਇਸ ਤਰ੍ਹਾਂ ਦੇ ਕੰਮ ਹੁੰਦੇ, ਆਹ ਵੀ ਕਰੀ ਜਾਂਦਾ। ਵੇਖੋ ਵੇਖੀ ਚੰਗੇ ਕਰਮਾਂ ਵੱਲ ਤੇ ਅਸੀਂ ਬਹੁਤ ਘੱਟ ਤੁਰਦੇ, ਮਾੜੇ ਕਰਮਾਂ ਵੱਲ ਬੜੀ ਛੇਤੀ ਸਾਰੇ ਲੋਕ ਹੀ ਕਰੀ ਜਾਂਦੇ ਨੇ। ਅੱਜ ਜਦੋਂ ਰਿਸ਼ਵਤ ਲੈਣ ਦਾ ਸਿਸਟਮ ਬਣਦਾ ਹੈ ਨਾ, ਮੁਲਾਜ਼ਮਾਂ ਤੋਂ ਪੁੱਛੋ ਵੀ ਭਾਈ ਤੁਸੀਂ ਰਿਸ਼ਵਤ ਕਿਉਂ ਲੈਂਦੇ, ਤੁਹਾਡੇ ਤੇ ਤਾਂ ਬੜੀ ਪ੍ਰਮਾਤਮਾ ਦੀ ਕਿਰਪਾ ਹੈ ਵੀ ਜਾਣੀ ਕਿ ਤੁਹਾਨੂੰ ਧਨ ਮਾਲ, ਕਹਿੰਦੇ ਸਾਰੇ ਲੋਕ ਲਈ ਜਾਂਦੇ, ਅਸੀਂ ਵੀ ਲਈ ਜਾਂਦੇ। ਪਹਿਲਾਂ ਉਹਨਾਂ ਨੂੰ ਨਾ ਜਦੋਂ ਕਿਤੇ ਪੈਰ ਧਰਦੇ ਨੇ ਨਾ ਸਰਕਾਰੀ ਨੌਕਰੀ ਦੇ ਵਿੱਚ, ਕਈ ਮਹਿਕਮੇ ਇਹੋ ਜਿਹੇ ਨੇ, ਪਹਿਲਾਂ ਉਹਨਾਂ ਨੂੰ ਸਿਖਾਇਆ ਜਾਂਦਾ ਹੈ ਵੀ ਰਿਸ਼ਵਤ ਲੈਣੀ, ਬਾਕੀ ਕੰਮ ਬਾਅਦ 'ਚ ਕਰਾਂਗੇ। ਉਹਨਾਂ ਨੂੰ ਸਿਖਾਇਆ ਜਾਂਦਾ। ਸਿਖਾਉਂਦੇ ਕੌਣ ਨੇ? ਆਪਾਂ ਲੋਕ ਹੀ। ਆਪਾਂ ਲੋਕ ਇਹ ਨਹੀਂ ਵੀ ਅਫਸਰ ਇਹੋ ਜਿਹੇ ਨਹੀਂ ਹੈ ਜਿਹੜੇ ਰਿਸ਼ਵਤਾਂ ਨਹੀਂ ਲੈਂਦੇ, ਪਰ ਉਹ ਕਹਿੰਦੇ ਜਾਣ ਕੇ ਧੱਕੇ ਨਾਲ ਲੋਕ ਦਿੰਦੇ ਨੇ ਸਾਨੂੰ। ਅਸੀਂ ਤਾਂ ਤਕਰੀਬਨ ਮੁਲਾਜ਼ਮਾਂ ਨਾਲ ਗੱਲ ਕਰਦੇ ਹੀ ਰਹੀਦਾ, ਉਹ ਕਹਿੰਦੇ ਵੀ ਭਾਈ ਸਾਨੂੰ ਧੱਕੇ ਦੇ ਨਾਲ ਕਈ ਰਿਸ਼ਵਤਾਂ ਦਿੰਦੇ ਨੇ, ਵੀ ਧੱਕੇ ਦੇ ਨਾਲ ਰਿਸ਼ਵਤ ਦੇ ਕੇ ਤੇ ਸਾਡਾ ਕੰਮ ਕਰਵਾਓ, ਭਾਵੇਂ ਗਲਤ ਬਲਤ ਕਰਵਾਓ, ਜਿਸ ਤਰ੍ਹਾਂ ਮਰਜ਼ੀ ਕਰਵਾਓ ਜ਼ਰੂਰ। ਤੇ ਗੁਰੂ ਸਾਹਿਬ ਜੀ ਦੀ ਸਾਡੇ ਤੇ ਕਿਰਪਾ ਹੈ। ਮਾਲਕ ਸਾਨੂੰ ਕੀ ਸਮਝਾਉਂਦਾ ਕਰਦਾ ਹੈ ਕਿ ਭਾਈ ਪਰਮਾਤਮਾ ਨੂੰ ਧਿਆਉਣਾ ਹੈ, ਆਪਣੇ ਕਰਮ ਕਰਨੇ ਨੇ, ਆਪਣੇ ਕਰਮ ਆਪ ਕਰ, ਸੋਹਣੇ ਤਰੀਕੇ ਦੇ ਨਾਲ ਆਪਣਾ ਜੀਵਨ ਜੀ,
ਪਰ ਕਿਸੇ ਨੂੰ ਵੇਖ ਕੇ, ਜਿਵੇਂ ਕਹਿੰਦੇ ਸਿਆਣਿਆਂ ਦਾ ਕਹਿਣਾ ਨਾ, ਪੱਕਾ ਵੇਖ ਕੇ ਕੱਚਾ ਵੀ ਨਹੀਂ ਢਾਹ ਲੈਣਾ ਚਾਹੀਦਾ। ਵੀ ਜੇ ਅਸੀਂ ਅਨਪੜ੍ਹ ਹੈ, ਅਸੀਂ ਤੇ ਰੱਬ ਨੂੰ ਧਿਆ ਨਹੀਂ ਸਕਦੇ। ਅਸੀਂ ਤੇ ਰੱਬ ਨੂੰ, ਰੱਬ ਨੇ ਬਾਣੀ ਕੀ ਕਹਿੰਦੀ ਹੈ, ਅੱਜ ਦਾ ਜਿਹੜਾ ਪਵਿੱਤਰ ਹੁਕਮਨਾਮਾ ਆਇਆ ਸੀ, ਊਠਤ ਬੈਠਤ ਹਰ ਹਰ ਧਿਆਈਐ, ਅਨ ਦਿਨ ਸੋ ਕਿਰਤ ਕਰੀਐ। ਵੀ ਹਰ ਰੋਜ਼ ਪਰਮਾਤਮਾ ਨੂੰ ਧਿਆਓ ਤੇ ਹਰ ਰੋਜ਼ ਕਿਰਤ ਕਰੋ ਤੇ ਰੱਬ ਨੂੰ ਜਪੋ। ਗੁਰਬਾਣੀ ਤੇ ਇਹ ਕਹਿੰਦੀ ਹੈ। ਗੁਰਬਾਣੀ ਤਾਂ ਹੋਰ ਨਹੀਂ ਸਾਨੂੰ ਸਮਝਾਉਣਾ ਕਰਦੀ, ਇਹੀ ਸਮਝਾਉਣਾ ਕਰਦੀ ਵੀ ਕਿਰਤ ਆਪਣੀ ਛੱਡੀ ਨਾ, ਕੰਮ ਆਪਣਾ ਛੱਡੀ ਨਾ, ਤੇ ਰੱਬ ਦੇ ਨਾਲ ਪਿਆਰ ਰੱਖੀ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਾ ਤੀਰਥਮਲ ਨਾਓ। ਵੀ ਆਹ ਕੰਮ ਕਰੀ, ਪਰਮਾਤਮਾ ਦੇ ਨਾਲ ਪਿਆਰ ਰੱਖੀ, ਪਰਮਾਤਮਾ ਤੋਂ ਪਾਸੇ ਨਾ ਚਲੇ ਜਾਈਂ, ਤੇ ਤੇਰੇ ਪਰਮਾਤਮਾ ਆਪਣੇ ਕਾਰਜ ਸਹੇਲੇ ਕਰੇਗਾ, ਸਹੀ ਕਰੇਗਾ, ਆਪੇ ਕਰੇਗਾ। ਮਤਲਬ ਆਪਣਾ ਜਿਹੜਾ ਜੀਵਨ ਦਾ ਗੁਰਬਾਣੀ ਦੇ ਮੁਤਾਬਕ ਮਨੁੱਖਾ ਜੀਵਨ ਨੂੰ ਸਫਲ ਕਰਨਾ, ਮਨੁੱਖਾ ਜੀਵਨ ਨੂੰ। ਹੁਣ ਬਾਬੇ ਨਾਨਕ ਨੇ ਕੋਈ ਡਿਗਰੀ ਤਾਂ ਕੀਤੀ ਨਹੀਂ ਸੀ। ਬਾਬੇ ਨਾਨਕ ਨੇ ਸਾਰੀ ਦੁਨੀਆ ਨੂੰ ਉਪਦੇਸ਼ ਦੇਣ ਵਾਸਤੇ ਨਾਲੇ ਪੈਦਲ ਹੀ ਗਿਆ। ਅੱਜ ਵਾਲਾ ਤਾਂ ਜਿਹੜਾ ਡਿਗਰੀ ਕਰ ਲੈਂਦਾ ਨਾ, ਉਹ ਕਹਿੰਦਾ ਮੇਰੇ ਥੱਲੇ ਘੱਟੋ ਘੱਟ 50 ਲੱਖ ਦੀ ਗੱਡੀ ਹੋਵੇ। ਵੀ ਜਿਹੜਾ ਡਿਗਰੀ ਕਰ ਲੈਂਦਾ ਨਾ, ਅੱਜ ਜਿਹੜਾ ਪੜ੍ਹ ਲੈਂਦਾ ਹੈ, ਯਾਨੀ ਕਿ ਉੱਚ ਕੁਆਲਿਟੀ ਦਾ PhD ਜਿਹਨੇ ਕੀਤੀ ਹੈ, ਉਹ ਕਹਿੰਦਾ ਮੇਰੇ ਥੱਲੇ 50 ਲੱਖ ਦੀ ਗੱਡੀ ਹੋਵੇ। ਤੇ ਬਾਬੇ ਨਾਨਕ ਨੇ ਨਾ ਪੜ੍ਹਿਆ ਤੇ ਸਾਰੀ ਦੁਨੀਆ ਨੂੰ ਪੜ੍ਹਾ ਗਿਆ। ਜਿਹੜੇ ਟੀਚਰ ਪੜ੍ਹਾਉਂਦੇ ਸੀ ਉਹਨਾਂ ਨੂੰ ਵੀ ਪੜ੍ਹਾ ਗਿਆ। ਟੀਚਰ ਜਿਹੜੇ ਪੜ੍ਹਾਉਂਦੇ ਸੀ ਉਹਨਾਂ ਨੂੰ ਵੀ ਪੜ੍ਹਾ ਗਿਆ। ਕਿਉਂ ਪੜ੍ਹਾ ਗਿਆ? ਕਿਉਂਕਿ ਉਹਦੇ ਕੋਲ ਪ੍ਰਮਾਤਮਾ ਦਾ ਗਿਆਨ ਸੀ, ਰੱਬ ਦਾ ਗਿਆਨ ਸੀ। ਅੱਜ ਵੀ ਹਾਜ਼ਰ ਹੈ ਆਪਣੇ ਕੋਲ, ਅੱਜ ਵੀ ਹੈ। ਪਰ ਅੱਜ ਅਸੀਂ ਮਾਇਆ ਦੇ ਵਿੱਚ ਖੁੱਲ੍ਹੇ ਹੋਏ ਹਾਂ ਵੀ ਮਾਇਆ ਦਾ ਕੋਈ ਤਰੀਕਾ ਲੱਭੀਏ ਵੀ ਕਿਵੇਂ ਆਵੇ, ਕੋਈ ਤਰੀਕੇ ਦੇ ਨਾਲ ਸਾਨੂੰ ਹੱਥੀਂ ਕੰਮ ਕਰਨੇ ਨਾ ਪੈਣ, ਕਿਰਤ ਕਰਨੀ ਨਾ ਪਵੇ, ਪੈਸਾ ਡਿਰੈਕਟੀ। ਤੇ ਜੋ ਸਾਡੇ ਕਰਮਾਂ 'ਚ ਰੱਬ ਨੇ ਦੇਣਾ ਤਾਂ ਉਹੀ ਹੈ, ਦੇਣਾ ਤਾਂ ਉਹੀ ਹੈ। ਅੱਜ ਤੇ ਹਰ ਕੋਈ ਬੰਦਾ ਕਹਿੰਦਾ ਵੀ ਮੈਂ ਰਾਤੋਂ ਰਾਤ ਭਾਵੇਂ ਦੁਨੀਆ ਨਾਲ ਜਿੰਨੀ ਮਰਜ਼ੀ ਕਰਪਸ਼ਨ ਕਰਾਂ, ਦੁਨੀਆ ਨਾਲ ਜਿਵੇਂ ਮਰਜ਼ੀ ਲੋਕਾਂ ਦੇ ਢਿੱਡ ਵੱਢਾਂ, ਪੇਟ ਵੱਢਾਂ, ਰਾਤੋਂ ਰਾਤ ਮੈਂ ਅਮੀਰ ਬਣ ਜਾ, ਕਰੋੜਾਂਪਤੀ। ਫਿਰ ਫਸ ਜਾਂਦੇ ਨੇ, ਫਿਰ ਸਲਾਖਾਂ ਮਗਰ ਜਾਂਦੇ ਨੇ। ਗੁਰੂ ਪਰਮਾਤਮਾ ਪਰਮੇਸ਼ਰ ਦੀ ਬਾਣੀ ਨੇ ਸਾਨੂੰ ਇਹ ਸਮਝਾਉਣਾ ਕੀਤਾ ਹੈ। ਗੁਰੂ ਸਾਹਿਬ ਜੀ ਕਹਿੰਦੇ ਜੇ ਪੜ੍ਹਿਆ ਲਿਖਿਆ ਮਨੁੱਖ ਮੰਦ ਕਰਮੀ ਹੋ ਜਾਏ ਤਾਂ ਇਸ ਨੂੰ ਵੇਖ ਕੇ ਅਨਪੜ੍ਹ ਨੂੰ, ਮਨੁੱਖ ਨੂੰ ਘਬਰਾਉਣਾ ਨਹੀਂ ਚਾਹੀਦਾ, ਕਿਉਂਕਿ ਪੜ੍ਹੇ ਹੋਏ ਦਾ ਇਹ ਹਾਲ ਤਾਂ ਅਨਪੜ੍ਹ ਦਾ ਕੀ ਬਣੇਗਾ। ਜ਼ਿਆਦਾਤਰ ਤਾਂ ਗੁਰੂ ਸਾਹਿਬ ਜੀ ਕਹਿੰਦੇ ਵੀ ਆਪਾਂ ਇਹੀ ਘਬਰਾ ਜਾਂਦੇ ਹਾਂ ਵੀ ਇਹਦਾ ਇਹ ਕੰਮ ਬਣੇ। ਗੁਰੂ ਸਾਹਿਬ ਜੀ ਨੇ ਕਿਹਾ ਵੀ ਉਮੀ ਸਾਧਨਾ ਮਾਰੀ ਹੈ, ਘਬਰਾਉਣਾ ਨਹੀਂ ਚਾਹੀਦਾ। ਪੜ੍ਹੇ ਲਿਖੇ ਨੂੰ ਵੇਖ ਕੇ ਵੀ ਉਹ ਸਿਸਟਮ ਦਾ ਖਰਾਬ ਹੋ ਗਿਆ ਤੇ ਮੇਰਾ ਸ਼ਾਇਦ ਖਰਾਬ ਨਾ ਹੋ ਜਾਵੇ। ਆਪਾਂ ਨੂੰ ਇਹ ਡਰ ਰਹਿੰਦਾ ਹੈ। ਆਹ ਜਿਵੇਂ ਹੁਣ ਆਪਾਂ ਮੜੀ ਮਸਾਨੀਆਂ ਵਾਲਿਆਂ ਨੂੰ ਜਾਂ ਡੇਰੇਦਾਰਾਂ ਨੂੰ ਮੰਨਣ ਜਾਂਦੇ ਆ ਵੀ ਜੇ ਮੈਂ ਨਾ ਮੰਨਿਆ, ਇਹ ਤਾਂ ਅੱਜ ਕਹਿ ਵੀ ਦਿੰਦੇ ਨੇ। ਅੱਜ ਇੱਥੇ ਕਾਲਾ ਤੇਲਾ ਤੁਰਿਆ ਫਿਰਦਾ ਹੈ। ਇੱਕ ਬੰਦਾ ਬਿਮਾਰ ਹੋ ਗਿਆ, ਉਹਨੂੰ ਮੰਨਦਾ ਸੀ ਪਹਿਲਾਂ ਕਾਲੇ ਤੇਲੇ ਨੂੰ, ਤੇ ਉਹ ਕਹਿੰਦਾ ਵੀ ਇਹ ਤਾਂ ਬਿਮਾਰ ਹੋਇਆ, ਇਹ ਮੈਨੂੰ ਮੰਨਣੋਂ ਹਟ ਗਿਆ, ਮੇਰੇ ਡੇਰੇ ਕੋਲ ਨਹੀਂ ਆਉਂਦਾ। ਕਾਲਾ ਤੇਲਾ ਕਹਿੰਦਾ ਨਾਲ ਹੀ ਸ਼ਰਾਬ ਦੇ ਦਿੰਦੇ ਨੇ। ਇਹ ਤਾਂ ਨਾਲ ਹੀ ਸ਼ਰਾਬ ਦੇ ਦਿੰਦੇ ਨੇ ਉਸੇ ਟਾਈਮ। ਹਜੇ ਪ੍ਰਮਾਤਮਾ ਤਾਂ ਦੇਰ ਲਾਉਂਦਾ ਹੈ, ਹਜੇ ਪ੍ਰਮਾਤਮਾ ਤਾਂ ਦੇਰ ਲਾਉਂਦਾ ਹੈ, ਪਰ ਇਹ ਤਾਂ ਮਿੰਟੋ ਮਿੰਟ ਹੀ ਨਾਲ ਹੀ ਦੇ ਦਿੰਦੇ ਸ਼ਰਾਬ, ਵੀ ਦੁਬਾਰਾ ਫਿਰ ਸਾਨੂੰ ਮੰਨਣ ਲੱਗ ਪਵੇ। ਉਹ ਕਹਿੰਦਾ ਵੀ ਮੈਂ ਤੇਰੀਆਂ ਕਰਤੂਤਾਂ ਵੇਖ ਕੇ ਨਹੀਂ ਮੈਂ ਤੈਨੂੰ ਮੰਨਣਾ, ਮੈਂ ਤਾਂ ਰੱਬ ਨੂੰ ਮੰਨਣਾ। ਹੁਣ ਤੂੰ ਠੀਕ ਵੀ ਤੰਦਰੁਸਤ ਵੀ ਹੋ ਗਿਆ, ਉਹ ਤਾਂ ਨਹੀਂ। ਇਹ ਤਾਂ ਪ੍ਰਮਾਤਮਾ ਦੀ ਗੁਰਬਾਣੀ 'ਚ ਵੀ ਲਿਖਿਆ ਕੇਤਿਆ ਦੁਖ ਭੁਖ ਸਦਮਾਰੇ ਪੈਦਾ ਤੇਰੀ ਦਤਾਰ। ਨਾ ਕੋਈ ਡੇਰੇ ਵਾਲਾ ਬਚਾ ਸਕਦਾ ਹੈ, ਨਾ ਕੋਈ ਮੜੀ ਮਸਾਣੀ ਵਾਲਾ ਬਚਾ ਸਕਦਾ ਹੈ। ਬਚਾ ਸਕਦਾ ਤੇ ਇੱਕ ਕਾਲ ਪੁਰਖ ਬਚਾ ਸਕਦਾ ਹੈ। ਤੇ ਗੁਰੂ ਸਾਹਿਬ ਜੀ ਸਾਡੇ ਤੇ ਕਿਰਪਾ ਕਰਦੇ ਨੇ ਕਿ ਭਾਈ ਤੁਹਾਨੂੰ ਘਬਰਾਉਣਾ ਨਹੀਂ ਚਾਹੀਦਾ। ਪਰਮਾਤਮਾ ਦੇ ਪ੍ਰਥਾਏ ਗੁਰੂ ਸਾਹਿਬ ਜੀ ਨੇ ਅੱਗੇ ਕਿਹਾ ਹੈ, ਜੇ ਹਾ ਕਾਲੇ ਕਾਲਣਾ ਤੇਹਵੋ ਨਾਉ ਪਚਾਰੀਐ। ਗੁਰੂ ਸਾਹਿਬ ਜੀ ਕਹਿੰਦੇ ਵੀ ਇਹ ਸਾਨੂੰ ਸਮਝਾਉਣਾ ਕੀਤਾ ਹੈ, ਘਾਲਣਾ ਘਾਲੀਐ। ਜਿਹੋ ਜੀ ਕਮਾਈ ਕਰਾਂਗੇ, ਪਰਮਾਤਮਾ ਨੇ ਸਾਡੀ ਕਮਾਈ ਤੇ ਜਿਹੋ ਜੇ ਜਿੰਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖੁਜਲੇ ਕੈਤੀ ਛੁੱਟੀ ਨਾਲ। ਇਹਦਾ ਆਖਰੀ ਅਰਥ ਮਤਲਬ ਕੀ ਹੈ ਵੀ ਜਿਹੋ ਜੀ ਅਸੀਂ ਇੱਥੇ ਘਾਲਣਾ ਘਾਲ ਗਏ, ਜਿਹੋ ਜਿਹਾ ਇੱਥੇ ਕੰਮ ਕਰ ਗਏ, ਜੇ ਅਸੀਂ ਚੰਗੇ ਕਰਮ ਕਰ ਗਏ ਤੇ ਚੰਗਿਆਈਆਂ ਬਰਿਆਈਆਂ ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਅਸੀਂ ਜਿਹੜੀ ਕਰਮੀ ਕੀਤੀ ਹੈ, ਜੇ ਕਰਮ ਕੀਤੇ ਨੇ, ਜੇ ਤਾਂ ਪ੍ਰਮਾਤਮਾ ਨੂੰ ਸਾਹਮਣੇ ਰੱਖ ਕੇ ਕੀਤੇ ਨੇ ਕਿ ਮੈਨੂੰ ਪ੍ਰਮਾਤਮਾ ਵੇਖ ਰਿਹਾ ਹੈ,
परमात्मा नूं भी परमात्मा की जान है, मैनूं शरीर दिता है बड़ा सोहना, ये सफल करके जाना। जे तो असीं करमी सोहनी कीती होई तो परमात्मा भी सानूं सोहना बना देवेगा। जे असीं करमी माड़ी कीती होई, साडे कर्मां नूं वेखना परमात्मा ने, दुनिया नूं नहीं वेखना भी दुनिया च उहदा किन्ना काम चलदा, दुनिया च किन्ने झूठ मार के अपना काम चलाई फिरदा। दुनिया वाला नहीं देखना, परमात्मा ने साडे हिरदे नूं वेखना, क्योंकि कैमरा कित्थे लग्या होया, साडे हिरदे ते परमात्मा दा। ते गुरु साहब जी कहंदे ने, जेहो जी घाले घालना, भी जेहो जी तू कमाई करेगा तेहो जिहा। गुरु साहब जी ने समझाउणा कीता, तेहो नाउं पचारीए। नाउं दा मतलब परमात्मा पचारीए, वो तेरा विशेषण नाल नाल ही करी जांदा है। आपां गुरुद्वारे आए ना, वो परमात्मा नूं पता भी गुरुद्वारे काहदे वास्ते आया, की लैण वास्ते आया। असीं गुरुद्वारा साहब तो बाहर गए, साडा मन किहो जिहा है, वो भी परमात्मा नूं पता है, वो भी परमात्मा नूं पता है। इत्थे गुरुद्वारे तो असीं राम राम करदे, ते गुरुद्वारा साहब तो असीं गुरु ग्रंथ साहब नूं भी चक्कण नूं फिरदे भी तां चक लईए, पर बाहर जाके करतूतां असीं पशुआं नालों भी पंछियां नालों भैड़ियां करदे। रब नहीं बख्शेगा, जां मोह लोभ दे विच असीं जी रहे, परमात्मा फिर साडे ते ओहो जी किरपा नहीं करेगा। परमात्मा नूं सब पता है, गुरु साहब नूं सब पता है, बिन बोलिया सब कुछ जानदा, वो तो सारा कुछ ही जानदा है भी काहदे वास्ते आया, की करना आया गुरु घरे। ते गुरु साहब जी ने समझाउणा कीता, सानूं साडे ते किरपा कीती है। गुरु साहब जी कहंदे ओ मार ना पैंदी अपने शरीर दे उत्ते, जिहड़ी मार असीं अपनी कमाई करके पाउने। इस जिहड़े सानूं दुख मिलदे आ ना गुरमुख प्यारो, ये साडे पापां करके मिलदे। पाप ये जरूरी नहीं कि असीं पाप इस दुनिया ते कीते होण, साडे पिछले कीते कर्मां दा भी नवेड़ा परमात्मा ने मनुखा जीवन दे विच ही साडा निर्वाण करना है। ते गुरु साहब जी ने समझाउणा कीता, घालण तेहू नाहू पचारीए। गुरु साहब जी कहंदे ने, जेहो जी मनुख करतूत करदा है, घालना दा मतलब करतूत काम करदा, ते गुरु साहब जी कहंदे उसनूं ओहो जिहा ही नाम उगा परमात्मा विशेषण कर लैंदा, जानी कि परमात्मा उहदी जांच कर लैंदा, परमात्मा उहदी जांच कर लैंदा भी ये बंदे ने इस तरह के काम कीते। हुण गुरु ग्रंथ साहिब महाराज की आड़ दे विच कईयां ने बिजनेस का साधन बनाया। गुरु ग्रंथ साहिब महाराज की आड़ दे विच बिजनेस का साधन बनाया। पिछे एक वीडियो आई सी, वो कहंदा भी मेरे को जिन्ने मर्जी पैसे बदली करके ले जाओ। वो पत्रकार पुछदा भी तेरे कोल की करिश्मा है, फिर लोगों को तो काम करने की लोड़ नहीं। बाबे नानक ने तो कहा भी किरत कर, बाबे नानक ने तो कहा भी किरत कर, नाम जप ते वंड के छक। वो पत्रकार उन्होंने कहंदा भी हाँ तेरे कोल तो पैसे दुगने होई जांदे ने, लोगों को तो काम करने की लोड़ नहीं। पत्रकार तो कहंदा सी मैं भी लाख रुपया देना तो मैनूं 2 लाख रुपया दे, कहंदा नहीं मैं सेवादार हूं। कहंदा मैं भी तेरा सेवादार बन जाना, भी मैं भी तेरा सेवादार बन जाना, भी लोगों का पैसा इस तरह किवें तू बदली करदा। कहंदा बाकी जिहड़े इत्थे सेवा करते हैं, कहंदे भी बाकी लोग सेवा नहीं करते, दरबार साहब कितनी सेवा हो रही है, उन्हों के पैसे डबल होंदे नहीं। गुरु ग्रंथ साहिब महाराज की आड़ दे विच गलत काम करना, ये तरीका किन्ने बनाया? बंदे ने बनाया। गुरबाणी तो नहीं कहती भी काम कर, गुरबाणी तो यह काम कहती नहीं कर। गुरबाणी तो काम कहती आ भी परमात्मा का नाम जप 24 घंटे ते अपनी जो रब ने तेनों किर दिती है। किव सचारा होई है किव कूड़े टुट्टे पाल, हुक्म रजाई चलना नानक लिखिया नाल। भी उनके हुक्म दे विच रह, जिहो जी किर दिती, जिहो जिहा काम दिता, जिहो जिहा कारोबार किया परमात्मा कर। ते अगे गुरु साहब जी ने यह समझाउणा कीता है सानू, ऐसी कला ना खेडीए जित दीर्घ गया हारी है। कला का मतलब इहो जे कर्म ना करिए, इहो जे खेड, कला का मतलब खेड भी इहो जे कर्म ना करिए। गुरु साहब जी ने यह सानू समझाउणा कीता है, ऐसी कला ना खेडीए जित दीर्घ गया हारी है। ये परमात्मा की दरगाह है जिंदे विच आपां रह रहे हैं। इस दे विच असीं ओहो जे कर्म ना करिए जिथे साडे हिरदे नूं भी ठेस पहुँचे, होरां दे हिरदियां नूं भी ठेस पहुँचे, मनुखता दा घाण हुंदा होवे, मनुखता दा घाण हुंदा होवे, मनुखता नूं दुख तकलीफां हुंदियां होण, इहो जिहा
ਕਰਮ ਨਹੀਂ ਕਰਨਾ ਚਾਹੀਦਾ। ਗੁਰੂ ਸਾਹਿਬ ਜੀ ਦੀ ਬਾਣੀ ਨੇ ਸਾਨੂੰ ਸਮਝਾਉਣਾ ਕੀਤਾ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਇਹੋ ਜੀ ਖੇਡ ਨਹੀਂ ਖੇਡਣੀ ਚਾਹੀਦੀ ਜਿਸ ਕਰਕੇ ਦਰਗਾਹ ਦੇ ਵਿੱਚ ਮਨੁੱਖਾ ਜਨਮ ਦੀ ਬਾਜੀ ਹਾਰ ਕੇ ਜਾਈਏ। ਇਸ ਦੁਨੀਆ ਦੇ ਵਿੱਚ ਬਾਜੀ ਹਾਰ ਕੇ ਜਾਈਏ। ਵੀ ਮਨੁੱਖਾ ਜੀਵਨ ਪ੍ਰਮਾਤਮਾ ਨੇ ਕਾਹਦੇ ਵਾਸਤੇ ਦਿੱਤਾ ਹੈ? ਮਨੁੱਖ ਵਾਲੇ ਕਰਮ ਕਰਨ ਵਾਸਤੇ, ਆਪਣੇ ਸੋਹਣੇ ਫਰਜ਼ ਨਿਭਾਉਣ ਵਾਸਤੇ, ਸੋਹਣੀਆਂ ਕਰਤੂਤਾਂ ਕਰਨ ਵਾਸਤੇ। ਅਸੀਂ ਕਈ ਵਾਰ ਕਰਤੂਤ ਮਾੜੀ ਕਰ ਬੈਠਦੇ ਹਾਂ, ਫਿਰ ਅਸੀਂ ਕਹਿੰਦੇ ਪ੍ਰਮਾਤਮਾ ਜੀ ਅਸੀਂ ਮਾੜੇ ਕਰਮ ਨਹੀਂ ਕਰਦੇ। ਅਸੀਂ ਸਾਰੇ ਕਹਿੰਦੇ ਹਾਂ ਪ੍ਰਮਾਤਮਾ ਜੀ ਮੈਂ ਤੇ ਕੋਈ ਮਾੜਾ ਕਰਮ ਕੀਤਾ ਹੀ ਨਹੀਂ। ਹੁਣ ਤੈਨੂੰ ਕੀ ਪਤਾ ਹੈ? ਤੂੰ ਤੇ ਆਪਣੇ ਮਨ ਨਾਲ ਕਰ ਲਿਆ, ਦੁਨੀਆ ਨੇ ਤੈਨੂੰ ਵੇਖਿਆ ਨਹੀਂ, ਰੱਬ ਨੇ ਤਾਂ ਵੇਖਿਆ ਨਾ। ਰੱਬ ਨੇ ਤਾਂ ਸਾਨੂੰ ਬੜੇ ਗਹਿਰਾਈ ਦੇ ਨਾਲ ਦੇਖਣਾ ਹੈ, ਅੰਦਰੋਂ ਕੈਮਰਾ ਲੱਗਾ ਹੋਇਆ ਹੈ। ਪਰ ਅਸੀਂ ਕਹਿੰਦੇ ਆ ਰੱਬਾ ਅਸੀਂ ਤੇ ਮਾੜੇ ਕੰਮ ਕੀਤੇ ਨਹੀਂ। ਜਦੋਂ ਵੀ ਕੋਈ ਕਿਤੇ ਤੇ ਕਿਸੇ ਨਾਲ ਕੋਈ ਮਾੜਾ ਕਰਮ ਹੋ ਜੇ, ਉਦੋਂ ਬੰਦਾ ਕਹਿੰਦਾ ਰੱਬਾ ਮੈਂ ਤਾਂ ਕਿਸੇ ਦਾ ਮਾੜਾ ਕੰਮ ਕੀਤਾ ਨਹੀਂ ਸੀ, ਮੈਂ ਕਿਸੇ ਨਾਲ ਮਾੜਾ ਕਰਮ ਕੀਤਾ ਨਹੀਂ ਸੀ, ਤੂੰ ਆ ਕੀ ਕੀਤਾ ਹੈ? ਤੂੰ ਆ ਕੀ ਕੀਤਾ ਹੈ? ਉਹ ਤੇ ਰੱਬ ਨੂੰ ਪਤਾ ਹੈ ਨਾ, ਉਹ ਤੇ ਰੱਬ ਨੂੰ ਪਤਾ ਹੈ। ਜਾਂ ਤੈਨੂੰ ਪਤਾ ਵੀ ਤੂੰ ਕਿਹੜੇ ਕਰਤੂਤ ਕੀਤੀ ਹੈ, ਦੁਨੀਆ ਨੂੰ ਤਾਂ ਦੱਸੀ ਜਾਂਦਾ। ਹੁਣ ਰੱਬ ਨੂੰ ਤੇ ਪਤਾ ਨਾ ਕਰਤੂਤਾਂ ਕਿਹੋ ਜਿਹੀਆਂ ਕਰਦਾ ਰਿਹਾ। ਤੇ ਗੁਰੂ ਸਾਹਿਬ ਜੀ ਨੇ ਸਮਝਾਉਣਾ ਕੀਤਾ ਹੈ, ਸਾਡੇ ਤੇ ਕਿਰਪਾ ਕੀਤੀ ਹੈ ਮਾਲਕ ਨੇ ਕਿ ਐਸੀ ਕਲਾ ਨਾ ਖੇਡੀ ਹੈ ਜਿਤ ਦਿਰਗਹਿ ਗਿਆ ਹਾਰੀ ਹੈ। ਇਹ ਗੁਰੂ ਨਾਨਕ ਦੇਵ ਮਹਾਰਾਜ ਦਾ ਮੈਸੇਜ ਆ ਸਾਡੇ ਸਾਰਿਆਂ ਵਾਸਤੇ। ਬਾਕੀ ਆਪਾਂ ਜਦੋਂ ਨਾ ਦੁਨੀਆ ਦੇ ਸੋਚ ਵਿਚਾਰ ਕਰਦੇ ਆ, ਮਾੜੇ ਕਰਮ ਕਰਨ ਵਾਲੇ ਚੰਗੇ ਕਰਮ ਕਰਨ ਵਾਲੇ ਆਪਾਂ ਕਹਿੰਦੇ ਉਹ ਵੀ ਰੱਬ ਦੇ ਹੀ ਬਣਾਏ ਐ। ਆਪਾਂ ਕਹਿੰਦੇ ਆ ਨਾ ਉਹ ਵੀ ਬੰਦਾ ਰੱਬ ਦਾ ਹੀ ਬਣਾਇਆ ਹੈ। ਤੇ ਗੁਰਬਾਣੀ ਕਹਿੰਦੀ ਨਹੀਂ, ਭਾਵੇਂ ਤੂੰ ਰੱਬ ਦਾ ਬਣਾਇਆ, ਭਾਵੇਂ ਤੂੰ ਜੋ ਕੁ ਮਰਜ਼ੀ ਕੀਤਾ ਹੈ, ਪਰ ਜਿਹੋ ਜੇ ਤੂੰ ਕੰਮ ਕਰੇਗਾ, ਜਿਹੋ ਜੇ ਕਰਮ ਕਰੇਗਾ, ਜਿਹੋ ਜੀ ਤੂੰ ਆਪਣੇ ਮਨ ਦੇ ਵਿੱਚ ਦ੍ਰਿੜਤਾ ਰੱਖੇਗਾ, ਪ੍ਰਮਾਤਮਾ ਨੇ ਤੈਨੂੰ ਉਸੇ ਤਰੀਕੇ ਨਾਲ ਵੇਖਣਾ ਹੈ। ਪ੍ਰਮਾਤਮਾ ਨੇ ਤੈਨੂੰ ਉਸੇ ਤਰੀਕੇ ਨਾਲ ਵੇਖਣਾ ਹੈ। ਤੇ ਇਸ ਕਰਕੇ ਗੁਰਮੁਖ ਪਿਆਰਿਓ, ਪ੍ਰਮਾਤਮਾ ਦੀ ਬਾਣੀ ਨੇ ਸਾਨੂੰ ਇਹ ਸਮਝਾਉਣਾ ਕੀਤਾ ਹੈ ਕਿ ਭਾਈ ਇਹੋ ਜੀ ਖੇਡ ਨਹੀਂ ਖੇਡਣੀ। ਸਾਰੀਆਂ ਆਪਾਂ ਖੇਡਾਂ ਖੇਡਦੇ, ਆਵਣ ਜਾਵਣ ਇੱਕ ਖੇਲ ਬਣਾਇਆ। ਪ੍ਰਮਾਤਮਾ ਦਾ ਇੱਕ ਖੇਲ ਹੈ। ਅਸੀਂ ਖੇਡਾਂ ਕਿਹੋ ਜਿਹੀਆਂ, ਕਿਸੇ ਨੇ ਚੰਗੀਆਂ ਖੇਡ ਕੇ ਚਲੇ ਜਾਣਾ, ਕਿਸੇ ਨੇ ਮਾੜੀਆਂ। ਕਈਆਂ ਤੋਂ ਲੋਕਾਂ ਤੋਂ ਥੂ ਥੂ ਪਵਾ ਕੇ ਚਲੇ ਜਾਣੀ ਹੈ, ਕਈਆਂ ਨੇ ਲੋਕਾਂ ਤੋਂ ਸਲਾਮਾਂ ਕਰਾ ਕੇ ਚਲੇ ਜਾਣਾ। ਕਈਆਂ ਨੇ ਵੀ ਪ੍ਰਮਾਤਮਾ ਦੇ ਪ੍ਰਥਾਏ, ਪ੍ਰਮਾਤਮਾ ਕੀ ਕਹੇਗਾ, ਪ੍ਰਮਾਤਮਾ ਕੀ ਕਿਰਪਾ ਕਰੇਗਾ, ਪ੍ਰਮਾਤਮਾ ਕਿਹੋ ਜਿਹੀ ਖੇਡ ਬਣਾਏਗਾ, ਪ੍ਰਮਾਤਮਾ ਸਾਡੇ ਤੇ ਕਿਹੋ ਜਿਹਾ ਸਿਸਟਮ ਬਣਾਏਗਾ। ਜਿਹੋ ਜਿਹਾ ਅਸੀਂ ਕਰਮ ਕਰਾਂਗੇ ਉਹੋ ਜਿਹਾ ਪ੍ਰਮਾਤਮਾ ਨੇ ਸਾਡੀ ਖੇਡ ਬਣਾ ਦੇਣੀ ਹੈ। ਜਿਹੋ ਜਿਹੇ ਅਸੀਂ ਕਰਮ ਕਰਾਂਗੇ ਉਹੋ ਜਿਹੀ ਪ੍ਰਮਾਤਮਾ ਨੇ ਸਾਡੀ ਖੇਡ ਬਣਾ ਦੇਣੀ। ਉਹੋ ਜਿਹੀਆਂ ਖੇਡਾਂ ਅਸੀਂ ਖੇਡਦੇ ਰਹਿਣਾ। ਤੇ ਗੁਰੂ ਸਾਹਿਬ ਜੀ ਨੇ ਇਹ ਸਮਝਾਉਣਾ ਕੀਤਾ ਹੈ ਕਿ ਭਾਈ ਇਹੋ ਜਿਹਾ ਕਰਮ ਕਰੋ ਜਿਹਦੇ ਨਾਲ ਦੁਨਿਆਵੀ ਦੁਨੀਆ ਨੂੰ ਵੀ ਕੋਈ ਪ੍ਰੋਬਲਮ ਨਾ ਆਵੇ, ਦੁਨਿਆਵੀ ਦੁਨੀਆ ਵੀ ਦੁਖੀ ਨਾ ਹੋਵੇ, ਆਪਣਾ ਜੀਵਨ ਵੀ ਨਾ ਦੁਖੀ ਹੋਵੇ। ਇਸ ਦੁਨੀਆ ਦੇ ਵਿੱਚ ਆਪਣਾ ਮਨੁੱਖਾ ਜੀਵਨ ਗਵਾ ਕੇ ਨਾ ਜਾਈਏ, ਇਹਨੂੰ ਸਵਾਰ ਕੇ ਜਾਈਏ। ਇਹ ਬਾਬਾ ਨਾਨਕ ਕਹਿੰਦਾ ਹੈ। ਅਗਲੀ ਪੰਕਤੀ 'ਚ ਗੁਰੂ ਸਾਹਿਬ ਜੀ ਕੀ ਕਹਿੰਦੇ? ਪੜ੍ਹਿਆ ਅਤੇ ਓਮੀਆਂ ਵਿਚਾਰ ਅੱਗੇ ਵਿਚਾਰੀਐ। ਗੁਰੂ ਸਾਹਿਬ ਜੀ ਕਹਿੰਦੇ ਪੜ੍ਹਿਆ ਅਤੇ ਓਮੀਆਂ ਵਿਚਾਰ ਅੱਗੇ ਵਿਚਾਰੀਐ। ਗੁਰੂ ਸਾਹਿਬ ਜੀ ਨੇ ਇਹ ਸਮਝਾਉਣਾ ਕੀਤਾ ਹੈ ਸਾਨੂੰ, ਸਾਡੇ ਤੇ ਵਿਚਾਰੀਏ ਦਾ ਮਤਲਬ ਵਿਚਾਰੀ ਜਾਂਦੀ ਹੈ। ਗੁਰੂ ਸਾਹਿਬ ਜੀ ਨੇ ਇਹ ਸਮਝਾਉਣਾ ਕੀਤਾ, ਸਾਡੇ ਤੇ ਕਿਰਪਾ ਕੀਤੀ ਹੈ। ਮਨੁੱਖ ਭਾਵੇਂ ਪੜ੍ਹਿਆ ਹੋਵੇ, ਭਾਵੇਂ ਅਨਪੜ੍ਹ ਪੜ੍ਹਿਆ ਹੋਵੇ, ਦਰਗਾਹ ਵਿੱਚ ਕੇਵਲ ਪ੍ਰਭੂ ਦੇ ਗੁਣਾਂ ਦੀ ਵਿਚਾਰ ਹੀ ਕਬੂਲ ਹੁੰਦੀ। ਇਹ ਪ੍ਰਮਾਤਮਾ ਨੇ ਨਾ ਸਾਡੇ ਕੋਲੋਂ ਇਹ ਨਹੀਂ ਵੀ ਪੜ੍ਹੇ ਲਿਖੇ ਦਾ ਸਿਸਟਮ, ਅੱਗੇ ਵੀ ਆਪਾਂ ਵਿਚਾਰ ਕਰ ਚੁੱਕੇ ਹਾਂ। ਪੜ੍ਹਨਾ ਇਹ ਵੀ ਇੱਕ ਪ੍ਰਮਾਤਮਾ ਦੀ ਕਲਾ ਹੈ, ਇਹ ਵੀ ਇੱਕ ਗੋਡ ਗਿਫਟ ਹੈ ਪ੍ਰਮਾਤਮਾ ਦਾ, ਵੀ ਸਾਰੇ ਨਹੀਂ ਪੜ੍ਹ ਪਾਉਂਦੇ। ਆ ਕਈ ਨਾ ਗੁਰਮੁਖ ਪਿਆਰਿਓ, ਆ ਕਈ ਦੁਕਾਨਾਂ 'ਤੇ ਜਾਈਦਾ, ਕਈ ਜਗ੍ਹਾ 'ਤੇ ਬੜੇ ਨੌਜਵਾਨ ਉੱਚੇ ਲੰਮੇ ਜਵਾਨ, ਜਦੋਂ ਉਹਨਾਂ ਨੂੰ ਵੇਖੀਦਾ ਹੈ ਵੀ ਭਾਈ ਤੂੰ ਕਿੰਨਾ ਪੜ੍ਹਿਆ ਹੈ, ਦੁਕਾਨਾਂ 'ਤੇ ਕੰਮ ਕਰਦੇ ਨੇ, ਕੋਈ ਵੀ ਕਿਸੇ ਤਰੀਕੇ ਦਾ ਆਪਣੀ ਕਿਰਤ ਕਰਦੇ ਨੇ, ਪ੍ਰਮਾਤਮਾ ਉਹਨਾਂ ਦੀ ਕਿਰਤ ਨੂੰ ਸਲਾਮ ਹੈ। ਤੇ ਜਦੋਂ ਉਹਨਾਂ ਨੂੰ ਪੁੱਛੀਦਾ ਹੈ ਨਾ
ਪਿੱਛੇ ਜੇ ਨਾ ਧਰਮਕੋਟ ਇੱਕ ਏਜੰਸੀ ਦੇ ਵਿੱਚ ਅਸੀਂ ਗਏ, ਉੱਥੇ ਅਸੀਂ ਪੁੱਛਿਆ, ਮੁੰਡਾ ਬੜਾ ਨੌਜਵਾਨ ਪੜ੍ਹਿਆ ਲਿਖਿਆ ਤੇ ਆਹ ਕੰਮ ਕਰਦਾ ਸੀ, ਮਕੈਨਿਕ ਦਾ ਕੰਮ ਕਰਦਾ ਸੀ। ਅਸੀਂ ਪੁੱਛਿਆ ਵੀ ਬੇਟਾ ਤੂੰ ਪੜ੍ਹਿਆ ਕਿੰਨਾ ਹੈ? ਕਹਿੰਦਾ ਜੀ ਨਾ ਹੀ ਪੜ੍ਹਿਆ ਮੈਂ। ਅਸੀਂ ਕਿਹਾ ਵੀ ਕਿਉਂ ਨਹੀਂ ਪੜ੍ਹਿਆ ਤੂੰ, ਪੜ੍ਹਿਆ ਕਿਉਂ ਨਹੀਂ? ਉਹ ਕਹਿੰਦਾ ਵੀ ਮੇਰੇ ਘਰੇ ਆਰਥਿਕ ਸਥਿਤੀ ਬੜੀ ਕਮਜ਼ੋਰ ਸੀ, ਆਰਥਿਕ ਸਥਿਤੀ ਬੜੀ ਕਮਜ਼ੋਰ ਸੀ, ਪਰਿਵਾਰ ਦੇ ਵਿੱਚ ਕਈ ਜੀਅ ਵੀ ਨਹੀਂ ਚਲੇ ਗਏ। ਕਹਿੰਦਾ ਪੜ੍ਹਨ ਨੂੰ ਮੈਂ ਜਾਂਦਾ ਸੀ, ਪੜ੍ਹਨ ਨੂੰ ਜੀਅ ਵੀ ਨਹੀਂ ਸੀ ਮੇਰਾ ਕਰਦਾ। ਉਹਨੇ ਆਪਣੇ ਅੰਦਰ ਦੀ ਗੱਲ ਸੁਣਾਈ ਵੀ ਪੜ੍ਹਨ ਮੈਂ ਜਾਂਦਾ ਸੀ, ਸ਼ਾਇਦ ਮਾੜਾ ਮੋਟ ਪੜ੍ਹ ਹੀ ਲੈਂਦਾ, ਪੜ੍ਹਨ ਨੂੰ ਮੇਰਾ ਜੀਅ ਨਹੀਂ ਕਰਦਾ। ਤੇ ਅਸੀਂ ਕਿਹਾ ਵੀ ਇੱਥੇ ਹੁਣ ਤੂੰ ਆਹ ਜਿਹੜਾ ਏਜੰਸੀ ਦੇ ਵਿੱਚ ਕੰਮ ਕਰਦਾ ਹੈ, ਇਹ ਕਹਿੰਦਾ ਇਹਦੇ 'ਚ ਮੇਰੀ ਬੜੀ ਰੁਚੀ ਹੈ, ਇਹ ਮੈਂ ਬੜਾ ਸੋਹਣਾ ਕਰਦਾ। ਦੇਖੋ ਕੰਮ ਬੜਾ ਸੋਹਣਾ ਕਰੀ ਜਾਂਦਾ ਹੈ, ਪੜ੍ਹਿਆ ਲਿਖਿਆ ਨਾਲੋਂ ਵੀ ਜ਼ਿਆਦਾ ਵਧੀਆ ਕਰੀ ਜਾਂਦਾ ਹੈ, ਪਰ ਪੜ੍ਹਿਆ ਨਹੀਂ, ਪੜ੍ਹਾਈ ਵੱਲ ਦਿਮਾਗ ਨਹੀਂ ਲੱਗਿਆ, ਪੜ੍ਹਾਈ ਵੱਲ ਨਹੀਂ ਉਹ ਆਇਆ। ਹਰ ਕੋਈ ਮਾਂ ਪਿਓ ਚਾਹੁੰਦਾ ਹੈ ਕਿ ਮੇਰਾ ਬੱਚਾ ਪੜ੍ਹ ਜਾਵੇ, ਭਾਵੇਂ ਜਿੰਨੀ ਮਰਜ਼ੀ ਆਰਥਿਕ ਸਥਿਤੀ ਕਮਜ਼ੋਰ ਹੋਵੇ, ਜਿੰਨਾ ਮਰਜ਼ੀ ਕੋਈ, ਹਰ ਕੋਈ ਮਾਂ ਪਿਓ ਚਾਹੁੰਦਾ ਹੈ ਕਿ ਮੇਰਾ ਬੱਚਾ ਚੰਗੇ ਸਕੂਲ 'ਚ ਪੜ੍ਹ ਜਾਵੇ, ਚੰਗਾ ਪੜ੍ਹ ਜਾਵੇ, ਚੰਗੀ ਕਿਤੇ ਨੌਕਰੀ 'ਤੇ ਲੱਗ ਜਾਵੇ, ਸਾਡੀ ਕੋਈ ਆਰਥਿਕ ਸਥਿਤੀ ਬੜੀ ਮਜ਼ਬੂਤ ਹੋ ਜਾਵੇ। ਪਰ ਹੁਣ ਕਈਆਂ ਦੇ ਮਨ ਵਿੱਚ ਪੜ੍ਹਾਈ ਨਹੀਂ ਆਉਂਦੀ, ਪੜ੍ਹਾਈ ਨਹੀਂ ਆਉਂਦੀ। ਉਹ ਪੜ੍ਹਾਈ ਨਹੀਂ ਪੜ੍ਹਿਆ ਪਰ ਕੰਮ ਤੇ ਦੂਜੇ ਕਰਨ ਲੱਗ ਪਿਆ ਨਾ, ਕੰਮ ਤਾਂ ਬੜਾ ਸੋਹਣਾ ਕਰਨ ਲੱਗ ਪਿਆ। ਹੁਣ ਉਹ ਨੌਜਵਾਨ, ਚਲੋ ਸਾਰੇ ਨੌਜਵਾਨ ਬੜੇ ਵਧੀਆ ਕੰਮ ਕਰਦੇ ਨੇ, ਕੋਈ ਜ਼ਰੂਰੀ ਨਹੀਂ ਕਿ ਇੱਕ ਅੱਧਾ ਹੀ ਕਰਦਾ ਹੈ, ਸਾਰੇ ਬਹੁਤ ਸੋਹਣੇ ਨੌਜਵਾਨ। ਅੱਜ ਜਿਹੜਾ ਸਿਸਟਮ ਹੈ, ਵੈਸੇ ਤਾਂ ਸਾਨੂੰ ਬਦਨਾਮ ਜ਼ਿਆਦਾਤਰ ਕੀਤਾ ਗਿਆ, ਪੰਜਾਬੀਆਂ ਨੂੰ ਨਸ਼ਾ ਬਹੁਤ ਖਾਂਦੇ ਨੇ ਪੀਂਦੇ ਨੇ, ਨਸ਼ਾ ਖਾਂਦੇ ਪੀਂਦੇ ਹੁਣ ਤੇ ਫੋਰਨ ਕੰਟਰੀਆਂ 'ਚ ਜਾ ਕੇ ਐਡੇ ਸੋਹਣੇ ਕੰਮ ਕਿਉਂ ਕਰਨ? ਚਲੋ ਵਿੱਚ ਹੈ ਨੇ, ਇਹ ਨਹੀਂ ਵੀ ਹੈ ਨਹੀਂ, ਵਿੱਚ ਹੈ ਨੇ, ਜਿਵੇਂ ਕਣਕ ਦੇ ਵਿੱਚ ਕਾਂ ਗਿਆਰੀ ਨਿਕਲ ਜਾਂਦੀ, ਗੰਢੇ 'ਚ ਗੰਢੇਲ ਨਿਕਲ ਜਾਂਦਾ ਹੈ, ਉਹ ਹੈ ਨਹੀਂ, ਪਰ ਥੋੜ੍ਹੇ ਨੇ। ਬਾਕੀ ਨੌਜਵਾਨ ਬੜੇ ਸੋਹਣੇ ਤਰੀਕੇ ਨਾਲ ਕੰਮ ਕਰਦੇ ਨੇ, ਬੜੇ ਸਹੀ ਤਰੀਕੇ ਦੇ ਨਾਲ ਕੰਮ ਕਰਦੇ ਨੇ। ਅੱਜ ਪੰਜਾਬ ਦਾ ਨੌਜਵਾਨ ਸਮਝਦਾ ਆਪਣੀ ਜ਼ਿੰਮੇਵਾਰੀ ਨੂੰ, ਜ਼ਿੰਮੇਵਾਰੀ ਸਮਝਦਾ, ਸੋਹਣਾ ਕੰਮ ਕਰਦਾ ਹੈ, ਨਹੀਂ ਕੰਮ ਨਹੀਂ ਕਰਦੇ, ਕੰਮ ਕਰਦੇ ਨੇ। ਹੁਣ ਇੱਥੇ ਗੱਲ ਗੁਰੂ ਸਾਹਿਬ ਨੇ ਕਿਹੜੀ ਕੀਤੀ ਹੈ ਵੀ ਜਿਹੋ ਜੀ ਤੂੰ ਘਾਲਣਾ ਘਾਲਿਆ, ਜਿਹੋ ਜੇ ਤੂੰ ਕਰਮ ਕਰ ਰਿਹਾ, ਰੱਬ ਨੇ ਉਹਦੀ ਵਿਚਾਰ ਕਰਨੀ ਹੈ। ਇਹ ਨਹੀਂ ਕਿ ਅਸੀਂ ਮਾੜੇ ਕਰਮ ਕਰਕੇ ਵਿਹਲੜ ਰਹਿ ਕੇ ਅਸੀਂ ਕਹੀਏ ਅਸੀਂ ਬੜੀ ਭਗਤੀ ਕਰਦੇ, ਬੱਲੇ ਬੱਲੇ ਬਾਬੇ ਦੀ ਬੜੀ ਬਹਿਜਾ ਵੀ ਬੜੀ ਕਮਾਈ ਵਾਲੇ ਕੌਣ ਨੇ? ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਬੈਠੇ ਨੇ ਕਮਾਈ ਵਾਲੇ। ਕਮਾਈ ਵਾਲੇ ਕੌਣ ਨੇ? ਜਿਨ੍ਹਾਂ ਨੇ ਰੱਬ ਦੀਆਂ ਗੱਲਾਂ ਰੱਬ ਨਾਲ ਕੀਤੀਆਂ ਨੇ ਤੇ ਸਾਨੂੰ ਦੱਸੀਆਂ ਨੇ, ਉਹ ਹੈ ਕਮਾਈ ਵਾਲੇ। ਅਸੀਂ ਡੇਰਾ ਵੱਡਾ ਬਣਾ ਲਿਆ, ਲੋਕਾਂ ਨੂੰ ਲੁੱਟ ਖਸੁੱਟ ਕੇ, ਬਾਬਾ ਬੜਾ ਕਮਾਈ ਵਾਲਾ, ਬੜੀ ਦੁਨੀਆ ਆਉਂਦੀ। ਦੁਨੀਆ ਨੇ ਤਾਂ ਆਉਣਾ ਹੀ ਆਉਣਾ, ਅੰਧਾ ਗਿਆਨ ਹੈ। ਕਮਾਈ ਵਾਲੇ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਵੇਂ ਨਹੀਂ ਸਲਾਮ ਕੀਤੀ ਵੀ ਅੱਜ ਤੋਂ ਬਾਅਦ ਜੇ ਉਹ ਵੀ ਸਰੀਰਾਂ ਦਾ ਗਾ ਕੇ ਪ੍ਰਵਸ਼ ਕਰ ਸਕਦੇ ਸੀ। ਉਹਨਾਂ ਕੋਲ ਵੀ 5 ਪਿਆਰਿਆਂ ਦੇ ਵਿੱਚੋਂ ਇੱਕ ਨੂੰ ਜਿਹਨੂੰ ਮਰਜ਼ੀ ਗੁਰਤਾ ਗੱਦੀ ਸੌਂਪ ਦਿੰਦੇ। 5 ਪਿਆਰਿਆਂ ਦੇ ਵਿੱਚੋਂ 2 ਪਿਆਰੇ ਤਾਂ ਨਾਲ ਹੀ ਸੀ, ਜਿਹਨੂੰ ਮਰਜ਼ੀ ਗੁਰਤਾ ਗੱਦੀ ਸਾਂਭ ਦਿੰਦੇ। ਨਹੀਂ, ਉਹਨਾਂ ਨੇ ਉਹਨਾਂ ਪੁਰਖਿਆਂ ਦੀ ਗੱਲ ਕੀਤੀ ਜਿਨ੍ਹਾਂ ਨੇ ਰੱਬ ਦੀ ਗੱਲ ਕੀਤੀ ਹੈ। ਇਹਨਾਂ ਨੇ ਕੀਤੀ ਹੈ ਕਮਾਈ, ਨੇਕ ਕਮਾਈ ਕੀਤੀ ਹੈ, ਪਰਮਾਤਮਾ ਦੇ ਪ੍ਰਥਾਏ, ਆਪ ਵੀ ਪਰਮਾਤਮਾ ਨੂੰ ਸਮਝਿਆ ਤੇ ਪਰਮਾਤਮਾ ਦੀ ਗੱਲ ਵੀ ਕੀਤੀ, ਠੋਕ ਕੇ ਕੀਤੀ। ਨਾਲੇ ਮੌਕੇ ਦੇ ਜਿਹੜੇ ਹੁਕਮਰਾਨ ਸੀ, ਮੌਕੇ ਦੇ ਜਿਹੜੇ ਜ਼ਾਲਮ ਸੀ, ਉਹਨਾਂ ਦੇ ਨਾਲ ਠੋਕ ਕੇ ਗੱਲ ਕੀਤੀ ਵੀ ਭਾਈ ਨਹੀਂ ਤੁਸੀਂ ਗਲਤ ਗੱਲ ਕਰਦੇ ਜੋ। ਅੱਜ ਕਿਸੇ ਦੀ ਹੈ? ਅੱਜ ਸਮਰੋਹ ਸੰਤਾ ਦੇ ਬੈਠੇ ਨੇ, ਝੂਠੇ ਨੂੰ ਝੂਠਾ ਕਹਿ ਸਕਦੇ ਨੇ। ਬਾਬੇ ਨਾਨਕ ਦੀ ਬਾਣੀ ਸਭ ਵਾਸਤੇ ਸੱਚ ਪਰਖਦੀ ਹੈ। ਇਹ ਆ ਕਮਾਈ ਵਾਲੇ ਜਿਹੜੇ ਪੁਰਖੇ ਵਿੱਚ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ, ਅੱਜ ਵੀ ਹਾਜ਼ਰ ਨਾਜ਼ਰ ਨੇ। ਇਹਨਾਂ ਦੀ ਸਿੱਖਿਆ ਲੈ ਕੇ ਆਪਾਂ ਜੀਵਨ ਜੀਣਾ। ਪਰ ਅਸੀਂ ਕਮਾਈ ਵਾਲੇ, ਕਿਉਂਕਿ ਦੁਨਿਆਵੀ ਦੁਨੀਆ ਤੇ ਆਪਾਂ ਜਦੋਂ ਦੁਨੀਆ ਨੂੰ ਦੇਖਦੇ ਆ, ਇਹਨੇ ਬੜੀ ਵੱਡੀ ਕੋਠੀ ਵੇਖਿਆ ਵੀ ਕਮਾਈ ਕੀਤੀ, ਭਾਵੇਂ ਕਰਪਸ਼ਨ ਕਰਕੇ ਕੀਤੀ ਹੋਵੇ, ਭਾਵੇਂ ਲੋਕਾਂ ਦੇ ਢਿੱਡ ਵੱਢ ਕੇ ਇਹਨੇ ਕੋਠੀ ਪਾਈ ਹੋਵੇ। ਸਾਰਿਆਂ ਦੀ ਗੱਲ ਨਹੀਂ ਕਰਦੇ, ਕੁਝ
ਕੁਝ ਬੰਦਿਆਂ ਦੀ। ਭਾਵੇਂ ਉਹਨੇ ਰਿਸ਼ਵਤਾਂ ਲੈ ਕੇ, ਪਿੱਛੇ ਨਾ ਇੱਕ ਗੁਰਮੁਖ ਪਿਆਰਾ ਕਹਿੰਦੇ ਵੀ ਉਹਨੇ ਤਾਂ ਨਾ ਆਪਣੇ ਗੇਟ ਦੇ ਉੱਤੇ ਜਿਹੜਾ ਦਰਵਾਜ਼ਾ, ਮੇਨ ਦਰਵਾਜ਼ਾ, ਉਹਦੇ ਤੇ ਹੀਰੇ ਲਵਾਏ ਹੋਏ ਨੇ ਦਰਵਾਜ਼ੇ ਤੇ ਉਹਦਾ ਕੰਮ ਕਰਦਾਰ। ਅਸੀਂ ਪੁੱਛਿਆ ਵੀ ਇਹ ਕਰਦਾ ਕੀ? ਇਹ ਕਹਿੰਦੇ ਰਿਸ਼ਵਤ ਬੜੀ ਮੋਟੀ ਲੈਂਦਾ ਹੈ, ਰਿਸ਼ਵਤ ਬੜੀ ਮੋਟੀ ਲੈਂਦਾ ਹੈ। ਪੁਲਿਸ ਦੇ ਵਿੱਚ ਅਫਸਰ ਹੈ ਉਹ, ਪੁਲਿਸ ਦੇ ਵਿੱਚ, ਤੇ ਜੋ ਮਰਜ਼ੀ ਲਵਾ ਸਕਦਾ। ਪਰਮਾਤਮਾ ਦੀ ਬਾਣੀ ਕਹਿੰਦੀ ਵੀ ਪੜ੍ਹੇ ਲਿਖੇ ਦਾ ਸਿਸਟਮ ਤੁਹਾਨੂੰ ਨਹੀਂ ਮਤਲਬ, ਤੁਹਾਡਾ ਉਹਨੇ, ਗੁਰੂ ਸਾਹਿਬ ਜੀ ਕਹਿੰਦੇ ਕੀ ਕਰਨਾ ਹੈ? ਪੜ੍ਹਿਆ ਅਤੇ ਓਮੀਆਂ ਵਿਚਾਰ ਅੱਗੇ ਵਿਚਾਰੀਏ। ਗੁਰੂ ਸਾਹਿਬ ਜੀ ਕਹਿੰਦੇ ਮਨੁੱਖ ਭਾਵੇਂ ਪੜ੍ਹਿਆ ਹੋਵੇ, ਭਾਵੇਂ ਅਨਪੜ੍ਹ ਪ੍ਰਭੂ ਦੀ ਦਰਗਾਹ ਵਿੱਚ ਕੇਵਲ ਪ੍ਰਭੂ ਦੇ ਗੁਣਾਂ ਦੀ ਵਿਚਾਰ ਕਬੂਲ ਕੀਤੀ ਜਾਣੀ ਕਿ ਇਹਨੇ ਕਿੰਨੇ ਕੁ ਪਰਮਾਤਮਾ ਦੇ ਗੁਣ ਡੌਪ ਕੀਤੇ ਸੀ, ਕਿੰਨਾ ਪਰਮਾਤਮਾ ਤੋਂ ਡਰ ਕੇ ਆਪਣੇ ਸਮਾਜ ਦੇ ਵਿੱਚ ਜੀਵਨ ਜੀਂਦਾ ਰਿਹਾ, ਕਿੰਨਾ। ਆਹ ਚੀਜ਼ਾਂ ਵੇਖਣੀਆਂ ਨੇ ਰੱਬ ਨੇ ਹੋਰ ਕੁਝ ਨਹੀਂ ਵੇਖਣਾ। ਤੇ ਅਖੀਰਲੀ ਪੰਕਤੀ 'ਚ ਗੁਰੂ ਸਾਹਿਬ ਜੀ ਕਹਿੰਦੇ ਮੋਹ ਚੱਲੇ ਸੋ ਅੱਗੇ ਮਾਰੀਐ। ਗੁਰੂ ਸਾਹਿਬ ਜੀ ਕਹਿੰਦੇ ਜੋ ਮਨੁੱਖ ਇਸ ਜਗਤ ਵਿੱਚ ਆਪਣੀ ਮਰਜ਼ੀ ਅਨੁਸਾਰ ਤੁਰਦਾ, ਉਹ ਅੱਗੇ ਜਾ ਕੇ ਮਾਰ ਖਾਂਦਾ ਹੈ। ਜਿਹੜਾ ਆਪਣੀ ਮਰਜ਼ੀ, ਪਰਮਾਤਮਾ ਦੀ ਗੁਰਬਾਣੀ ਨੂੰ ਮੰਨਦਾ ਨਹੀਂ, ਪਰਮਾਤਮਾ ਦੀ ਬਾਣੀ ਤੋਂ ਮੁਤਾਬਕ ਆਪਣਾ ਜੀਵਨ ਜੀਂਦਾ ਨਹੀਂ, ਇੱਥੇ ਤਾਂ ਚਲੋ ਕੋਠੀਆਂ ਵੀ ਪਾ ਜਾਏਗਾ, ਵੱਡੇ ਵੱਡੇ ਬੰਗਲੇ ਵੀ ਬਣਾ ਦੇਗਾ, ਆਪਣਾ ਨਾਮ ਹੀ ਬਣਾ ਜਾਏਗਾ, ਦੁਨੀਆ ਨੂੰ ਲੁੱਟ ਫੁੱਟ ਕੇ ਆਪਣਾ ਨਾਮ ਹੀ ਬਣਾ ਜਾਏਗਾ ਵੀ ਮੇਰਾ ਨਾਂ ਦੁਨੀਆ ਤੇ ਚੱਲਦਾ ਹੈ। ਪਰ ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਬੰਦਾ ਮਨਮੁਖ ਹੈ, ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਇੱਥੇ ਤਾਂ ਕੰਮ ਚੱਲੇ ਜਾਂਦਾ, ਇੱਥੇ ਦਾ ਕੰਮ ਉਹਦਾ ਚੱਲ ਗਿਆ, ਪਰਮਾਤਮਾ ਨੇ ਉਹਨੂੰ ਸੁਭਾਸ਼ ਦੇ ਦਿੱਤੇ, ਉਹ ਕੰਮ ਇਹਦੇ ਨਾਲ, ਸਰੀਰ ਦੇ ਨਾਲ ਕਰਦਾ ਰਿਹਾ, ਦਿਮਾਗ ਨਾਲ ਵੀ ਦੁਨੀਆ ਨੂੰ ਲੁੱਟੀ ਦਾ ਕਿਵੇਂ ਆ, ਦੁਨੀਆ ਨੂੰ ਪੁੱਟੀ ਦਾ ਕਿਵੇਂ ਆ। ਪਰ ਗੁਰੂ ਸਾਹਿਬ ਜੀ ਕਹਿੰਦੇ ਇੱਥੇ ਤਾਂ ਤੇਰਾ ਕੰਮ ਚਲੀ ਜਾਊਗਾ, ਉੱਥੇ ਗੱਲ ਨਹੀਂ ਬਣਨੀ, ਅੱਗੇ ਜਾ ਕੇ ਨਹੀਂ ਗੱਲ ਬਣਨੀ। ਲੋਕ ਸੁਖੀ ਹੈ ਪਰ ਲੋਕ ਸੇਲ ਹੈ। ਇਸ ਦੁਨੀਆ ਤੇ ਪਰਮਾਤਮਾ ਦੇ ਅੱਗੇ ਸੇਲਾ ਤੇਰਾ ਜੀਵਨ ਨਹੀਂ ਬਣੇਗਾ। ਜਾਣੀ ਕਿ ਤੇਰੀ ਜਾਨ ਨੇ, ਆਤਮਾ ਨੇ ਪਰਮਾਤਮਾ 'ਚ ਭੇਦ ਨਹੀਂ ਹੋਣਾ, ਕਿਉਂਕਿ ਤੇਰੀਆਂ ਹੇਰਾ ਫੇਰੀਆਂ, ਤੇਰੀਆਂ ਚਲਾਕੀਆਂ ਪਰਮਾਤਮਾ ਨੋਟ ਕਰੀ ਜਾਂਦਾ ਹੈ। ਇਹ ਸਾਰਿਆਂ ਵਾਸਤੇ, ਭਾਵੇਂ ਕੋਈ ਰਾਜਾ ਹੋਵੇ, ਭਾਵੇਂ ਕੋਈ ਗਰੀਬ ਹੋਵੇ, ਭਾਵੇਂ ਕੋਈ ਅਮੀਰ ਹੋਵੇ, ਭਾਵੇਂ ਆਪਣੇ ਆਪ ਨੂੰ ਕੋਈ ਗਿਆਨੀ ਸਮਝਦਾ ਹੋਵੇ, ਭਾਵੇਂ ਆਪਣੇ ਆਪ ਨੂੰ ਕੋਈ ਧਿਆਨੀ ਸਮਝਦਾ ਹੋਵੇ, ਭਾਵੇਂ ਨਾ ਹੋਵੇ, ਇਹ ਸਾਰਿਆਂ ਵਾਸਤੇ। ਵੀ ਗੁਰੂ ਪਰਮਾਤਮਾ ਪਰਮੇਸ਼ਰ ਦੀ ਬਾਣੀ ਨੇ ਸਾਨੂੰ ਡਾਇਰੈਕਟ ਦੱਸ ਦਿੱਤਾ ਹੈ ਵੀ ਤੇਰਾ ਲੇਖਾ ਮੰਗਿਆ ਜਾਣਾ ਹੈ, ਵਿਚਾਰਿਆ ਜਾਣਾ ਹੈ ਜੋ ਤੂੰ ਕੰਮ ਕਰਦਾ ਹੈ। ਜਿਵੇਂ ਸਕੂਲ ਦੇ ਵਿੱਚ ਬੱਚਿਆਂ ਨੂੰ, ਚਲੋ ਹੁਣ ਲੋਕਡਾਊਨ ਚੱਲ ਰਿਹਾ ਹੈ ਤੇ ਉਹ ਟੀਚਰ ਕਲਾਸਾਂ ਲਾਉਂਦੇ ਨੇ ਕਾਹਦੇ ਤੇ, ਚਲੋ ਇੱਕ ਕੰਮ ਤਾਂ ਚੰਗਾ ਹੋਇਆ, ਸਾਰੇ ਬੱਚਿਆਂ ਨੇ ਮੋਬਾਈਲ ਲੈ ਲਏ, ਇੱਕ ਕੰਮ ਤਾਂ ਚੰਗਾ ਹੋਇਆ। ਜਿਹੜੇ ਬੱਚਿਆਂ ਨੂੰ ਮੋਬਾਈਲ ਨਹੀਂ ਸੀ ਨਾ ਮਿਲਦੇ, ਉਹਨਾਂ ਨੇ ਪੜ੍ਹਾਈ ਦਾ, ਪੜ੍ਹਨ ਭਾਵੇਂ ਨਾ ਪੜ੍ਹਨ, ਮੋਬਾਈਲ 'ਚ ਭਾਵੇਂ ਸਾਰਾ ਗੰਦਵੰਦ ਹੀ ਵੇਖਣ, ਪਰ ਉਹਨੂੰ ਮੋਬਾਈਲ ਤਾਂ ਮਿਲ ਗਿਆ ਨਾ। ਹੁਣ ਜਿਵੇਂ ਲੋਕਡਾਊਨ ਦੇ ਵਿੱਚ ਸਕੂਲਾਂ ਦੇ ਵਿੱਚ ਬੈਠ ਕੇ ਟੀਚਰ ਜਾਂ ਘਰੇ ਬੈਠ ਕੇ ਹੀ ਵੀਡੀਓ ਕਾਲ ਦੇ ਰਾਹੀਂ ਪੜ੍ਹਾਉਂਦੇ ਨੇ, ਕਈਆਂ ਨੇ ਪੜ੍ਹ ਜਾਣਾ, ਕਈਆਂ ਨੇ ਪੜ੍ਹਨਾ ਨਹੀਂ। ਫਿਰ ਇਹਦੇ ਹੁਣ ਪੇਪਰ ਹੋਣੇ ਨੇ, ਕਹਿੰਦੇ ਅੱਗੇ ਤੱਕ ਪੇਪਰ ਨਹੀਂ ਹੋਣੇ ਵੀ ਸਾਨੂੰ ਉਵੇਂ ਹੀ ਪਾਸ ਕਰ ਦੇਣਾ। ਹੁਣ ਡਰਦੇ ਨੇ, ਕਹਿੰਦੇ ਪੜ੍ਹਿਆ ਤਾਂ ਕੁਛ ਨਹੀਂ ਤੇ ਪੇਪਰ ਹੋਣੇ ਨੇ ਸਾਡੇ। ਪੜ੍ਹਨਾ ਕੀ ਸੀ ਵੀ ਘਰੇ ਕਿਹੜਾ ਉਹਨਾਂ ਨੇ ਵੇਖਣਾ, ਵੀਡੀਓ ਲਾ ਕੇ ਤੇ ਅੱਗੇ ਬੈਠਾ ਰਹੇ। ਵੀ ਹੁਣ ਪੇਪਰ ਹੋਣੇ ਨੇ ਤੇ ਸਾਲ ਜਿਹੜਾ ਪੜ੍ਹਿਆ ਲੋਕਡਾਊਨ ਦੇ ਦੌਰਾਨ, ਜਿਹੜਾ ਪੜ੍ਹਿਆ ਉਹੀ ਦੇਗਾ। ਜਿੱਦਾਂ ਕੋਈ ਪੜ੍ਹਿਆ ਹੋਇਆ ਤੇ ਉਹ ਐਗਜ਼ਾਮ 'ਚੋਂ ਪਾਸ ਹੋ ਜਾਏਗਾ, ਜਿਹੜਾ ਨਾ ਪੜ੍ਹਿਆ ਹੋਇਆ ਫਿਰ ਆਪਾਂ ਰੌਲਾ ਵੀ ਪਾਉਣਾ ਥੋੜ੍ਹਾ ਜਿਹਾ। ਜਦੋਂ ਸਕੂਲਾਂ ਵਾਲਿਆਂ ਨੇ ਪੇਪਰ ਲੈ ਲਏ, ਐਗਜ਼ਾਮ ਵਾਲਿਆਂ ਨੇ ਐਗਜ਼ਾਮ ਲੈ ਲਏ, ਆਪਾਂ ਕਹਿੰਦਾ ਅਸੀਂ ਲੋਕਡਾਊਨ ਦੇ ਵਿੱਚ ਪੜ੍ਹਿਆ ਕੀ, ਸਾਨੂੰ ਕਿਹੜਾ ਤੁਸੀਂ ਪੜ੍ਹਾਇਆ, ਸਾਡੇ ਤਾਂ ਮੋਬਾਈਲ ਨਹੀਂ ਚੱਲਦੇ ਰਹੇ, ਵੀਡੀਓ ਨਹੀਂ, ਸਾਨੂੰ ਉਵੇਂ ਹੀ ਪਾਸ ਕਰੋ। ਅਸੀਂ ਇਹ ਵੀ ਰੌਲਾ ਪਾਉਣਾ ਹੈ। ਹੁਣ ਜਿਵੇਂ ਇਸ ਦੁਨੀਆ ਦੇ ਉੱਤੇ ਬੰਦਾ ਕੰਮ ਘੱਟ ਕਰਦਾ ਹੈ, ਪਰਮਾਤਮਾ ਤੋਂ ਮੰਗਦਾ ਜ਼ਿਆਦਾ ਹੈ। ਵੀ ਕਿਰਤ ਘੱਟ ਕਰਦਾ ਹੈ ਤੇ ਕੰਮ ਘੱਟ ਕਰਦਾ ਤੇ ਪਰਮਾਤਮਾ ਤੋਂ ਮੰਗਦਾ ਬਹੁਤ, ਝੋਲੀ ਬੜੀ ਵੱਡੀ ਹੈ।
ਤੇ ਗੁਰੂ ਪ੍ਰਮਾਤਮਾ ਪਰਮੇਸ਼ਰ ਦੀ ਗੁਰਬਾਣੀ ਨੇ ਸਾਨੂੰ ਸਮਝਾਉਣਾ ਕੀਤਾ ਹੈ, ਜੇ ਸਾਡੇ ਵਿੱਚ ਸਮਝ ਪੈ ਜਾਵੇ ਤਾਂ। ਕਿ ਬੰਦਿਆ, ਸਾਰਾ ਭਾਵ-ਅਰਥ ਲਿਖਿਆ ਹੈ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕਿ ਭਾਈ ਦੁਨੀਆ 'ਚ ਬੰਦਾ ਭਾਵੇਂ ਪੜ੍ਹਿਆ, ਭਾਵੇਂ ਅਨਪੜ੍ਹ ਹੈ, ਭਾਵੇਂ ਉਹ ਕਿੱਡੇ ਉੱਚੇ ਕਿਰਦਾਰ ਵਾਲਾ ਤੇ ਭਾਵੇਂ ਨੀਚੇ ਕਿਰਦਾਰ ਦਾ, ਰੱਬ ਨੇ ਤੇਰੀ ਕਰਤੂਤ ਨੂੰ ਵੇਖਣਾ, ਤੇਰੇ ਕਰਮਾਂ ਨੂੰ ਵੇਖਣਾ, ਤੇ ਤੇਰਾ ਜਿੰਨਾ ਕੁ ਤੂੰ ਪ੍ਰਮਾਤਮਾ ਨੂੰ ਧਿਆਨ ਵਿੱਚ ਧਰ ਕੇ ਕਰਮ ਕਰਦਾ ਰਿਹਾ ਉਹ ਵੇਖਣੇ ਨੇ। ਕਿ ਪ੍ਰਮਾਤਮਾ ਤੋਂ, ਜੇ ਨਹੀਂ ਪ੍ਰਮਾਤਮਾ ਨੇ ਤੈਨੂੰ ਵੇਖਣਾ ਵੀ ਤੂੰ ਇੱਥੇ ਬਹੁਤ ਸੋਹਣੀ ਕੋਠੀ ਪਾ ਕੇ ਤੇ ਤੂੰ ਐਸ਼ ਪ੍ਰਸਤੀ ਵਾਲੇ ਕਰਮ ਕਰਦਾ ਰਿਹਾ, ਹਾਂ ਕਰਨੀ ਚਾਹੀਦੀ ਹੈ। ਜੇ ਸਾਡੇ ਕੋਲ ਧਨ ਮਾਲ ਸਾਰਾ ਕੁਛ ਐਸ਼ ਪ੍ਰਸਤੀ ਦਾ ਮਤਲਬ ਇਹ ਨਹੀਂ ਕਿ ਲੋਕਾਂ ਦੀਆਂ ਧਵੱਜੀਆਂ ਉਡਾ ਦੇਣ, ਲੋਕਾਂ ਦੀਆਂ ਇੱਟਾਂ ਲੁੱਟਣੀਆਂ, ਲੋਕਾਂ ਦੇ ਗਲਤ ਕੰਮ ਕਰਨੇ। ਐਸ਼ ਪ੍ਰਸਤੀ ਦਾ ਮਤਲਬ ਬਿਲਕੁਲ ਸਹੀ ਤਰੀਕੇ ਨਾਲ ਰਹਿਣਾ। ਇਹ ਗੁਰੂ ਪ੍ਰਮਾਤਮਾ ਪਰਮੇਸ਼ਰ ਦੀ ਗੁਰਬਾਣੀ ਨੇ ਸਾਨੂੰ ਸਮਝਾਉਣਾ ਕੀਤਾ ਹੈ, ਜੇ ਸਾਡੇ ਕੋਲ ਧਨ ਮਾਲ ਜ਼ਿਆਦਾ ਹੈ, ਸਾਡੇ ਕੋਲ ਕੋਈ ਚੀਜ਼ਾਂ ਜ਼ਿਆਦੀਆਂ ਨੇ, ਸਾਡਾ ਸਰੀਰਕ ਤੌਰ 'ਤੇ ਬਲ ਜ਼ਿਆਦਾ ਹੈ, ਅਸੀਂ ਆਪਣੀ ਐਸ਼ ਨਾ ਰਹੀਏ, ਪਰ ਅਸੀਂ ਐਸ਼ ਪ੍ਰਸਤੀ ਦੂਜਿਆਂ ਵਾਸਤੇ ਗਲਤ ਨਾ ਬਣ ਜਾਈਏ। ਤੇ ਗੁਰੂ ਪ੍ਰਮਾਤਮਾ ਪਰਮੇਸ਼ਰ ਦੀ ਬਾਣੀ ਨੇ ਸਾਨੂੰ ਸਮਝਾਉਣਾ ਕੀਤਾ ਹੈ ਕਿ ਬੰਦਿਆ 24 ਘੰਟੇ ਲਾਈਵ ਟੈਲੀਕਾਸਟ ਚੱਲ ਰਿਹਾ ਹੈ, 24 ਘੰਟੇ ਤੇਰੇ ਹਿਰਦੇ 'ਚ ਕੈਮਰਾ ਲੱਗਾ ਹੈ ਪ੍ਰਮਾਤਮਾ ਦਾ, ਤੇ ਜਿਹੋ ਜੇ ਤੂੰ ਕੰਮ ਕਰੇਗਾ ਉਹੋ ਜੇ ਅੱਗੇ ਜਾਏਗਾ। ਜੇ ਤਾਂ ਤੂੰ ਬਾਬੇ ਨਾਨਕ ਦੇ ਨਾਲ ਸਹਿਮਤ ਹੈ, ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਤੇਰੇ ਜੇ ਤਾਂ ਮੁਖ ਉਜਲਾ ਲੈ ਕੇ ਜਾਣਾ ਹੀ ਪ੍ਰਮਾਤਮਾ ਦੇ ਕੋਲ, ਵੀ ਅੱਗੇ ਪ੍ਰਮਾਤਮਾ ਨਾਲ ਗੱਲ ਕਰ ਸਕੇ ਵੀ ਪ੍ਰਮਾਤਮਾ ਜੀ ਮੈਂ ਤੇਰੀ ਗੁਰਬਾਣੀ ਦੇ ਮੁਤਾਬਕ, ਤੇਰੇ ਕਹਿਣ ਦੇ ਮੁਤਾਬਕ ਮੈਂ ਕਰਮ ਕਰਦਾ ਰਿਹਾ, ਤੇ ਫਿਰ ਤਾਂ ਪ੍ਰਮਾਤਮਾ ਵੀ। ਹੁਣ ਕਈ ਵਾਰ ਨਾ ਕਿਸੇ ਬੰਦੇ ਨੇ ਨੌਕਰ ਰੱਖਿਆ ਹੋਵੇ, ਨੌਕਰ ਨੂੰ ਕਿਹਾ ਹੋਵੇ ਮਾਲਕ ਨੇ ਵੀ ਇੰਨਾ ਕੰਮ ਕਰਨਾ, ਇੰਨੇ ਸਮੇਂ ਦੇ ਵਿੱਚ ਤੈਨੂੰ ਇੰਨੇ ਪੈਸੇ ਮਿਲਣਗੇ। ਜੇ ਉਹਨੇ ਸਹੀ ਕੰਮ ਕੀਤਾ ਹੋਵੇਗਾ, ਉਹ ਜਾ ਕੇ ਕਹੇਗਾ ਕੰਮ ਵੇਖ ਲਾ ਮੇਰਾ ਕੀਤਾ, ਤੇ ਮਾਲਕ ਨੂੰ ਕਹੇਗਾ ਅੱਛਾ ਇੱਥੇ ਪੈਸੇ ਮੇਰੇ, ਵੀ ਜਿੰਨਾ ਮੈਂ ਕੰਮ ਤੂੰ ਮੈਨੂੰ ਕਿਹਾ ਸੀ ਮੈਂ ਤੇਰਾ ਕਰਕੇ ਆਇਆ। ਤੇ ਮਾਲਕ ਵੀ ਕਹੇਗਾ ਜੇ ਅਸੀਂ ਕੰਮ ਹੀ ਅਧੂਰਾ ਕਰਕੇ ਆਏ, ਅਸੀਂ ਕਿਵੇਂ ਮਾਲਕ ਨੂੰ ਕਹੇਗਾ ਪਹਿਲਾਂ ਮੇਰਾ ਕੰਮ ਪੂਰਾ ਕਰ ਬਈ, ਪਹਿਲਾਂ ਮੇਰਾ ਕੰਮ ਪੂਰਾ ਕਰ, ਫਿਰ ਤੈਨੂੰ ਮੈਂ ਦਿਨਾ ਪੈਸੇ। ਕੰਮ ਤਾਂ ਤੂੰ ਪੂਰਾ ਕੀਤਾ ਨਹੀਂ ਤੇ ਪੈਸੇ ਮੰਗਦਾ ਮੇਰੇ ਤੋਂ। ਇਵੇਂ ਹੀ ਰੱਬ ਨੇ ਮਨੁੱਖਾ ਜੀਵਨ ਸਾਡਾ ਬਣਾਇਆ, ਪ੍ਰਮਾਤਮਾ ਦੇ ਪ੍ਰਥਾਏ ਅਸੀਂ ਕਿਰਤ ਕਰਾਂਗੇ ਤੇ ਪ੍ਰਮਾਤਮਾ ਨੂੰ ਮਨਜ਼ੂਰ ਹੈ। ਜੇ ਅਸੀਂ ਪ੍ਰਮਾਤਮਾ ਤੋਂ ਪਾਸੇ ਹੋ ਕੇ ਕਰਾਂਗੇ, ਪ੍ਰਮਾਤਮਾ ਨੂੰ ਕੋਈ ਮਨਜ਼ੂਰ ਨਹੀਂ। ਇਹ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਉਣਾ ਕੀਤਾ ਹੈ ਵੀ ਅਸੀਂ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਅਸੀਂ ਕਿਰਤ ਕਰਾਂਗੇ ਤੇ ਪ੍ਰਮਾਤਮਾ ਦੇ ਥਾਂ ਪ੍ਰਥਾਏ ਪੈ ਜਾਏਗੀ। ਜੇ ਅਸੀਂ ਪ੍ਰਮਾਤਮਾ ਨੂੰ ਵੀ ਕੋਈ ਨਹੀਂ, ਪ੍ਰਮਾਤਮਾ ਕਿਹੜਾ, ਜਿਵੇਂ ਆਮ ਲੋਕ ਕਹਿੰਦੇ ਨੇ ਕਿ ਜਦੋਂ ਮਾੜਾ ਕਰਮ ਆਪਾਂ ਕਰਨਾ ਹੋਵੇ ਉਦੋਂ ਕਿਹੜਾ ਪ੍ਰਮਾਤਮਾ ਸਾਡੇ ਕੋਲ ਹੁੰਦਾ, ਉਦੋਂ ਪ੍ਰਮਾਤਮਾ ਜ਼ਿਆਦਾ ਦੇਖਦਾ ਹੈ। ਅੱਜ ਜਿਵੇਂ ਦੁਨਿਆਵੀ ਦੁਨੀਆ ਦੇ ਵਿੱਚ ਕੋਈ ਮਾੜਾ ਕੰਮ ਹੋ ਜੇ, ਐਕਸੀਡੈਂਟ ਹੋ ਜਾਵੇ, ਕਿਸੇ ਦਾ ਕੋਈ ਦੁਰਘਟਨਾ ਹੋ ਜਾਵੇ, ਮਿੰਟੋ ਮਿੰਟੀ ਵਾਇਰਲ ਹੋ ਜਾਂਦੀਆਂ ਸਾਰੀਆਂ ਗੱਲਾਂ। ਕੋਈ ਚੰਗਾ ਕੰਮ ਕਰਦਾ ਹੋਵੇ, ਚੰਗਾ ਕੰਮ ਕਰਦਾ ਹੋਵੇ ਤੇ ਦੁਨੀਆ ਨੂੰ ਪਤਾ ਨਹੀਂ ਲੱਗਦਾ, ਮਾੜਾ ਕੰਮ ਤੇ ਮਿੰਟੋ ਮਿੰਟੀ ਵਾਇਰਲ, ਫਲਾਣੇ ਥਾਂ ਤੇ ਆਹ ਹੋ ਗਿਆ, ਫਲਾਣੇ ਨਾਲ ਆਹ ਹੋ ਗਿਆ, ਮਿੰਟੋ ਮਿੰਟੀ ਵਾਇਰਲ ਹੋ ਜਾਂਦਾ ਵੀਡੀਓ, ਸਾਰੇ ਸੰਸਾਰ ਨੂੰ ਪਤਾ ਲੱਗ ਜਾਂਦਾ ਹੈ। ਚੰਗਾ ਕੰਮ ਹੁੰਦਾ ਹੋਵੇ ਅਗਲੇ ਕਹਿੰਦੇ ਅਸੀਂ ਕਿਹਦੇ ਤੋਂ ਲੈਣਾ, ਮਾੜਾ ਕੰਮ ਹੀ ਦਿਖਾਉਣਾ। ਆ ਜਿਵੇਂ ਗੁਸਤਾਖੀ ਮਾਰ ਕਰਨਾ, ਪੱਤਰਕਾਰ ਵੀ ਚੰਗਾ ਕੰਮ ਜਿੱਥੇ ਹੋ ਰਿਹਾ ਹੋਵੇ, ਚੰਗੀ ਗੱਲ ਹੋ ਰਹੀ ਹੋਵੇ, ਉਹ ਨਹੀਂ ਦਿਖਾਉਣੀ। ਮਾੜਾ ਕੰਮ ਜਿੱਥੇ ਆ ਮਿੰਟੋ ਮਿੰਟੀ ਆਹ ਹੋ ਗਿਆ ਜੀ, ਫਲਾਣੇ ਤਾਂ ਇਸ ਤਰ੍ਹਾਂ ਹੋ ਗਿਆ ਜੀ, ਆਹ ਹੋ ਗਿਆ, ਆਪਾਂ ਦੇਖਦੇ ਹਾਂ ਮੀਡੀਆ ਵਾਲੇ ਤੇ ਜਿਨ੍ਹਾਂ ਦੇ ਨਾਲ ਇਹਨਾਂ ਦੀ ਸੰਗੀ ਹੁੰਦੀ ਹੈ, ਪੱਤਰਕਾਰਾਂ ਦੀ ਵੀ ਗੁਸਤਾਖੀ ਮਾਫ ਕਰਨਾ, ਸਾਰਿਆਂ ਦੀ ਤਕਰੀਬਨ ਕੋਈ ਇੱਕ ਅੱਧਾ ਬਚਿਆ ਹੋਏਗਾ। ਜਿੱਥੇ ਤਾਂ ਇਹਨਾਂ ਨੂੰ ਜੋ ਕੁਛ ਮਿਲਦਾ ਉਹਨਾਂ ਦੀ ਖਬਰ ਭਾਵੇਂ ਮਾੜੇ ਹੋਣ ਭਾਵੇਂ ਹੋਣ, ਉਹਨਾਂ ਦੀ ਜਿਹੜੀ ਖਬਰ ਨਹੀਂ ਦੇਣੀ, ਉਹਨਾਂ ਦੀ ਖਬਰ ਨਹੀਂ ਦੇਣੀ ਵੀ ਇਹ ਮਾੜਾ ਕੰਮ ਕਰਦੇ ਹੈ। ਤੇ ਜਿੰਦੇ ਨਾਲ ਲਾਗਤਬਾਜ਼ੀ ਵੀ ਇੱਥੋਂ ਮਿਲਣਾ ਕੁਛ ਨਹੀਂ, ਉਹਦੇ ਨਾਲ ਖਬਰ ਠੋਕ ਦੇਣਗੇ ਵੀ ਫਲਾਣੇ ਬੰਦੇ ਨੇ ਮਾੜਾ। ਲਾਉਂਦੇ ਤਾਂ ਹੀ ਹੈ ਵੀ ਡਰ ਕੇ ਜਿਹੜੇ ਬੰਦੇ ਮਾੜਾ ਕੰਮ ਕਰਦੇ ਸਾਨੂੰ ਕੋਈ ਨਾ ਕੋਈ ਰਿਸ਼ਵਤ ਦਿੰਦੇ ਰਹਿਣ, ਆਹ ਹੀ ਕੰਮ ਕਰਦੇ ਨੇ ਜ਼ਿਆਦਾਤਰ। ਕੋਈ ਇੱਕ ਅੱਧਾ ਹੋਊ, ਉਹ ਵੀ ਹਜ਼ਾਰਾਂ ਦੇ ਵਿੱਚੋਂ, ਸੌਆਂ ਦੀ ਗੱਲ ਨਹੀਂ, ਹਜ਼ਾਰਾਂ ਦੇ ਵਿੱਚੋਂ ਕਿ ਇੱਕ ਅੱਧਾ ਹੋਊਗਾ ਜਿਹੜਾ ਨਿਰਪੱਖ ਕਹੇਗਾ ਵੀ ਮੈਂ ਪੱਤਰਕਾਰ ਹਾਂ, ਮੈਨੂੰ ਖਬਰ ਸਹੀ ਲਾਉਣੀ ਚਾਹੀਦੀ, ਮਾੜੀ ਖਬਰ ਨਹੀਂ ਲਾਉਣੀ ਚਾਹੀਦੀ, ਕਿਸੇ ਦਾ ਇਹਦੇ 'ਚ ਨੁਕਸਾਨ ਨਾ ਹੁੰਦਾ ਹੋਵੇ।
ਗੁਰੂ ਪ੍ਰਮਾਤਮਾ ਪਰਮੇਸ਼ਰ ਸਾਡੇ ਤੇ ਕਿਰਪਾ ਕਰ ਦੇਵੇ, ਸਾਨੂੰ ਸਮਝ ਆ ਜਾਵੇ ਕਿ ਸਾਡਾ ਜਿਹੜਾ ਸਿਸਟਮ ਹੈ ਨਾ, ਗੁਰੂ ਸਾਹਿਬ ਜੀ ਨੇ ਸਮਝਾਉਣਾ ਕੀਤਾ ਵੀ ਜੇ ਸੱਚੀ ਕਿਰਤ ਕਰੇਗਾ ਰੱਬ ਨੂੰ ਉਹ ਮਨਜ਼ੂਰ ਹੈ, ਜਿਹੜੀ ਤੂੰ ਦੁਨੀਆ ਦੇ ਤਾਏ ਕਰੇਗਾ ਉਹ ਰੱਬ ਨੂੰ ਮਨਜ਼ੂਰ ਨਹੀਂ। ਬਾਕੀ ਹੁਣ ਅਸੀਂ ਵੇਖ, ਕਿਰਤ ਪ੍ਰਮਾਤਮਾ ਦੀ ਬਾਣੀ ਕਹਿੰਦੀ ਕਿਰਤ ਜਿਹੜੀ ਮਰਜ਼ੀ ਕਰ, ਜਿਹੜੀ ਮਰਜ਼ੀ ਕਿਰਤ ਕਰ, ਪਰ ਕਰ ਪ੍ਰਮਾਤਮਾ ਦੀ ਪ੍ਰਥਾ, ਜਿਹੜੀ ਮਰਜ਼ੀ ਜਿਹੜਾ ਮਰਜ਼ੀ ਕੰਮ ਕਰ। ਤੇ ਗੁਰੂ ਪ੍ਰਮਾਤਮਾ ਪਰਮੇਸ਼ਰ ਸਾਡੇ ਤੇ ਕਿਰਪਾ ਕਰੇ, ਸਾਨੂੰ ਗੁਰਬਾਣੀ ਨੇ ਇਹੀ ਸਮਝਾਉਣਾ ਕੀਤਾ ਹੈ ਅੱਜ ਦੇ ਸ਼ਬਦ ਵਿੱਚ, ਸਾਨੂੰ ਸਮਝ ਆ ਜਾਵੇ, ਸਾਡੇ ਤੇ ਕਿਰਪਾ ਹੋਵੇ ਮਾਲਕ ਦੀ ਕਿ ਅਸੀਂ ਭਾਵੇਂ ਪੜ੍ਹੇ ਆ ਭਾਵੇਂ ਅਨਪੜ੍ਹ ਹੈ, ਅਸੀਂ ਪ੍ਰਮਾਤਮਾ ਨੂੰ ਧਿਆਈਏ, ਪ੍ਰਮਾਤਮਾ ਦੇ ਹੁਕਮ ਦੇ ਵਿੱਚ ਅਸੀਂ ਕਿਰਤ ਕਰੀਏ, ਪ੍ਰਮਾਤਮਾ ਨੂੰ ਜਿਹੜੀ ਚੰਗੀ ਲੱਗੇ। ਗੁਰਬਾਣੀ ਨੇ ਬਹੁਤ ਵਾਰ ਕਿਰਤ ਬਾਰੇ ਗੁਰਬਾਣੀ 'ਚ ਸਮਝਾਉਣਾ ਕੀਤਾ ਹੈ ਕਿ ਬੰਦਿਆ ਸਾਰਾ ਕੁਛ ਤੇਰੇ ਕੀਤੇ ਤੇ ਹੀ ਪ੍ਰਮਾਤਮਾ ਨੇ ਪਾਉਣਾ ਹੈ। ਜਿਹੋ ਜਿਹੀਆਂ ਤੇਰੀਆਂ ਕਰਤੂਤਾਂ ਨੇ, ਜਿਹੋ ਜਿਹੇ ਤੇਰੇ ਕੰਮ ਨੇ, ਉਹੋ ਜਿਹੇ ਪ੍ਰਮਾਤਮਾ ਨੇ ਤੇਰੇ ਤੇ ਰਿਝਣਾ ਹੈ, ਉਹੋ ਜਿਹੇ ਪ੍ਰਮਾਤਮਾ ਨੇ ਤੇਰੇ ਤੇ ਕਿਰਪਾ ਕਰਨੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰ ਦੇਣ, ਸਾਨੂੰ ਸਮਝ ਆ ਜਾਵੇ ਗੁਰਬਾਣੀ ਦੀ, ਗੁਰਬਾਣੀ ਦੇ ਮੁਤਾਬਕ। ਜਿੰਨਾ ਚਿਰ ਅਸੀਂ ਗੁਰਮੁਖ ਪਿਆਰੋ ਗੁਰਬਾਣੀ ਨੂੰ ਨਹੀਂ ਸਮਝਦੇ, ਉਹਨਾਂ ਚਿਰ ਸਾਡਾ ਜੀਵਨ ਸੋਹਣਾ ਨਹੀਂ ਬਣਨਾ। ਗੁਰਬਾਣੀ ਨੂੰ ਸਮਝਿਆ ਕਰੀਏ, ਗੁਰਬਾਣੀ ਜੋ ਕਹਿ ਰਹੀ ਹੈ ਉਹਦੇ ਮੁਤਾਬਕ ਗੁਰੂ ਪਰਮਾਤਮਾ ਪਰਮੇਸ਼ਰ ਅੱਗੇ ਅਰਦਾਸ ਬੇਨਤੀ ਕਰਿਆ ਕਰੀਏ ਕਿ ਸੱਚੇ ਪਾਤਸ਼ਾਹ ਸਾਡਾ ਜੀਵਨ ਸੋਹਣਾ ਬਣ ਜਾਵੇ। ਸਤਿਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਕਿਰਪਾ ਸਦਕਾ ਗੁਰਮੁਖ ਪਿਆਰੋ ਗੁਰਬਾਣੀ ਦੀਆਂ ਵਿਚਾਰਾਂ ਹੋਈਆਂ, ਗੁਰਬਾਣੀ ਦੀਆਂ ਵਿਚਾਰਾਂ ਕਰਦਿਆਂ ਦਾਸ ਕੋਲੋਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਟੁੱਟੀਆਂ ਰਹਿ ਜਾਇਆ ਕਰਦੀਆਂ, ਕਿਉਂਕਿ ਗੁਰੂ ਗਿਆਨ ਦੇ ਬੱਚੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਤੇ ਗੁਰੂ ਦੀ ਸੰਗਤ ਮਾਫਯੋਗ ਹੈ, ਮਾਫ ਕਰ ਦੇਣਾ। ਅਗਾਂਹ ਤੋਂ ਬਾਣੀ ਪੜ੍ਹਨ ਸੁਣ ਸੇਵਾ ਸਮਰਤੀ ਗੁਰਬਾਣੀ ਦੀਆਂ ਵਿਚਾਰਾਂ ਕਰਨ ਦੀ ਸਤਿਗੁਰੂ ਸੱਚੇ ਪਾਤਸ਼ਾਹ ਸਮੱਤ ਬਖਸ਼ਣ, ਸਰਬਤ ਦਾ ਭਲਾ ਕਰਨ, ਸਭ ਨੂੰ ਨਾਮ ਧਨ ਦੇਣ, ਸਭ ਨੂੰ ਵਡਿਆਈਆਂ ਬਖਸ਼ਣ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।